ਫਾਰਮ ਟੂ ਟੇਬਲ ਜਿਹੜਾ ਸਾਡਾ ਫੂਡ ਸਿਸਟਮ ਹੈ ਉਹ ਇੰਨਾ ਕਰਪਟ ਹੋ ਚੁੱਕਿਆ ਹੈ ਤੇ ਕੰਟੈਮੀਨੇਟ ਹੋ ਚੁੱਕਾ ਹੈ। ਇੱਕ ਪ੍ਰੋਬਲਮ ਹੈ ਜਿਹੜੀ ਮੈਂ ਖੁਦ ਹੀ ਸੋਲਵ ਕਰ ਸਕਦਾ ਹਾਂ ਆਰਗੈਨਿਕ ਫਾਰਮਿੰਗ ਕਰਕੇ। ਕਹਿੰਦਾ ਪੰਜਾਬ ਤਾਂ ਭਾਈ ਜੱਟਾਂ ਦੀ ਖੇਤੀ ਹੈ, ਹੋਰ ਕਦੇ ਸ਼ਰਮੀ ਵਰਮੇ ਦੀ ਖੇਤੀ ਤਾਂ ਹੈ ਨਹੀਂ। ਮੈਨੂੰ ਲੱਗਦਾ ਜਦੋਂ ਤੁਸੀਂ ਮਿੱਟੀ ਦੇ ਵੱਲ ਜਾਂਦੇ ਹੋ ਨਾ, ਉਹ ਜਿਹੜਾ ਤੁਹਾਡਾ ਪੁਰਾਣਾ ਇੱਕ ਰਿਸ਼ਤਾ ਹੈ ਉਹ ਰਿਵਾਈਵ ਹੋ ਜਾਂਦਾ ਹੈ, ਉਹਦੇ ਬਾਅਦ ਸਭ ਕੁਝ ਸੌਖਾ ਹੋ ਜਾਂਦਾ ਹੈ। ਉਹੀ ਮੇਰੇ ਨਾਲ ਵੀ ਹੋਇਆ। ਮੇਰਾ ਜਿਹੜਾ ਪਰਪਸ ਸੀ ਉਹ ਪੈਸਾ ਕਮਾਉਣ ਵਾਲਾ ਨਹੀਂ ਸੀਗਾ। ਮੇਰਾ ਪਰਪਸ ਸੀਗਾ ਵੀ ਸੋਇਲ ਨੂੰ ਅਸੀਂ ਰੀਜਨਰੇਟ ਕਰਨਾ ਹੈ। ਫਿਰ ਮੈਂ ਸੋਚਿਆ ਵੀ ਤੁਸੀਂ ਦੂਸਰੇ ਕਿਸਾਨਾਂ ਵਾਸਤੇ, ਆਪਣੇ ਪਿੰਡ ਦੇ ਜਿਹੜੇ ਫਾਰਮਰਸ ਨੇ ਉਹਦੇ ਵਾਸਤੇ ਤੁਸੀਂ ਕੀ ਕਰ ਸਕਦੇ ਹੋ। ਤਾਂ ਉਹ ਜਿਹੜਾ ਮੇਰਾ ਗੋਲ ਹੈ ਉਹ ਹੁਣ ਚਾਲੂ। ਆਰਗੈਨਿਕ ਖੇਤੀ ਹੁੰਦੀ ਹੈ, ਬਹੁਤ ਲੋਕਲ ਹੁੰਦੀ ਹੈ, ਇਹ ਬਹੁਤ ਲੋਕਲਾਈਜ਼ ਚੀਜ਼ ਹੈ, ਰੀਜਨਲ ਵਾਈਜ਼ ਚੀਜ਼ ਹੈ। ਇਹਦੇ ਵੀ ਤੁਸੀਂ ਕੋਈ ਮਾਡਲ ਅਮਰੀਕਾ ਦੇ ਅੰਦਰ ਕੋਈ ਮਾਡਲ ਹੈ, ਆਂਧਰਾ ਦਾ, ਬੈਂਗਲੌਰ ਦਾ ਮਾਡਲ ਤੁਸੀਂ ਲਾ ਕੇ ਕਾਪੀ ਪੇਸਟ ਕਰਕੇ ਤੁਸੀਂ ਪੰਜਾਬ ਦੇ ਅੰਦਰ ਕਰ ਦਿਓ। ਬਹੁਤ ਲੋਕਾਂ ਨੇ ਡਿਸਕਰੇਜ ਵੀ ਕੀਤਾ, ਬਟ ਚਲੋ ਮੇਰਾ ਵੀ ਪਾਗਲਪਨ ਸੀਗਾ। ਮੈਂ ਕਿਹਾ ਜਿੰਨਾ ਤੁਸੀਂ ਮੈਨੂੰ ਕਰੋਗੇ ਮੈਂ ਤਾਂ ਹੁਣ ਆ ਕੇ ਕਰਕੇ ਦਿਖਾਣਾ ਹੀ ਹੈ। ਮੇਰਾ ਪਹਿਲਾ ਮਾਡਲ ਹੀ ਸੀਗਾ ਵੀ ਅਸੀਂ ਤਾਂ ਡਿਸਟਰਬ ਹੀ ਕਰਨਾ ਸਾਰਾ ਕੁਝ। ਤੁਸੀਂ ਝੋਨਾ ਲਾਣਾ, ਅਸੀਂ ਲਾਣਾ ਨਹੀਂ। ਤੁਸੀਂ ਕਣਕ ਇਹ ਵਾਲੀ ਵੈਰਾਈਟੀ ਲੈਣੀ, ਮੈਂ ਇਹ ਲਾਣੀ ਨਹੀਂ। ਜਿੱਥੇ ਤੁਸੀਂ 2 ਜਾਂ 3 ਫਸਲਾਂ ਮੈਕਸਿਮਮ ਲੱਗਦੀਆਂ ਨੇ, ਮੈਂ 9 ਫਸਲਾਂ ਲਾਈਆਂ ਸੀ। ਹੁਣ ਮੇਰੇ ਉੱਪਰ ਇੱਕ ਰਿਸਪੌਂਸਿਬਿਲਿਟੀ ਹੈਗੀ ਵੀ ਇਹ ਜਦੋਂ ਲੋਕੀ ਨੇ ਇਹ ਖਰੀਦ ਰਹੇ ਨੇ, ਇਹ ਟਰਸਟ ਹੁਣ ਬਣਾ ਕੇ ਰੱਖਣਾ ਹੈ। ਖਾਣਾ ਅੱਜ ਕੱਲ੍ਹ ਸਵਾਦ ਦਾ ਹੋ ਗਿਆ, ਸਿਹਤ ਦਾ ਨਹੀਂ ਰਿਹਾ। ਪਿੰਡ ਜਾ ਕੇ ਆਪਣੇ, ਤੁਸੀਂ ਕੈਨੇਡਾ ਤੇ ਆਓਗੇ, ਪਿੰਡ ਜਾ ਕੇ ਤੁਸੀਂ ਫੋਟੋ ਬਹੁਤ ਤੁਸੀਂ ਖਿਚਵਾਓਗੇ ਸਰੋਂ ਦੇ ਖੇਤ ਦੇ ਅੰਦਰ। ਲੇਕਿਨ ਤੁਸੀਂ ਰਸਤੇ ਦੇ ਅੰਦਰ ਤੁਸੀਂ ਹੁਣ ਦੇਖੋ GT ਰੋਡ ਤੇ ਤੁਸੀਂ ਬਰਗਰ ਕਿੰਗ ਤੇ ਰੁਕਣਾ ਹੈ, ਤੁਸੀਂ ਮੈਕਡੋਨਲਡ ਤੇ ਰੁਕਣਾ ਹੈ, ਤੁਸੀਂ ਬਰਗਰ ਖਾਣੇ ਆ। ਵਿਜ਼ਨ ਪੰਜਾਬ TV ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕਰਨਵੀਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਅੰਨਦਾਤਾ। ਅਕਸਰ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਿਸਾਨਾਂ ਦੇ ਨਾਲ ਕਰਾਉਂਦੇ ਹੁੰਦੇ ਹਾਂ। ਉਹਨਾਂ ਦੇ ਖੇਤ ਵਿੱਚ ਜਾ ਕੇ ਉਹਨਾਂ ਦੀ ਫਸਲਬਾੜੀ ਬਾਰੇ ਗੱਲਬਾਤ ਕਰਦੇ ਹਾਂ ਕਿ ਉਹ ਕਿਵੇਂ ਖੇਤੀ ਕਰਦੇ ਨੇ। ਪਰ ਜਿਨ੍ਹਾਂ ਨਾਲ ਅੱਜ ਤੁਸੀਂ ਤੁਹਾਡੀ ਮੁਲਾਕਾਤ ਕਰਾਉਣੀ, ਇਸ ਵਕਤ ਅਸੀਂ ਉਹਨਾਂ ਦੇ ਖੇਤਾਂ 'ਚ ਤਾਂ ਨਹੀਂ, ਪਰ ਉਹਨਾਂ ਦੇ ਰਿਹਾਇਸ਼ 'ਤੇ ਜ਼ਰੂਰ ਹਾਂ। ਅਕਸਰ ਜੇਕਰ ਗੱਲ ਕਰੀ ਤਾਂ ਪੰਜਾਬ ਦੇ ਵਿੱਚ ਹੁਣ ਇਹ ਕਿਹਾ ਜਾਣ ਲੱਗ ਗਿਆ ਕਿ ਜਿਹੜੀ ਖੇਤੀ ਹੈ ਉਹ ਬਹੁਤ ਹੀ ਮੁਨਾਫੇ ਵਾਲਾ ਸੌਦਾ ਨਹੀਂ, ਜਿਸ ਦੀ ਵਜ੍ਹਾ ਕਰਕੇ ਲੋਕ ਖੇਤੀ ਕਰਨੀ ਛੱਡਦੇ ਜਾ ਰਹੇ ਨੇ ਅਤੇ ਹੋਰ ਕਿੱਤੇ ਧੰਦੇ ਅਪਣਾਉਂਦੇ ਨੇ। ਪਰ ਕੁਝ ਅਜਿਹੇ ਲੋਕ ਵੀ ਨੇ, ਕੁਝ ਅਜਿਹੀਆਂ ਸ਼ਖਸੀਅਤਾਂ ਵੀ ਨੇ ਜਿਨ੍ਹਾਂ ਨੇ ਆਪਣੀਆਂ IT ਦੀਆਂ ਜੋਬਾਂ ਨੂੰ, ਵੱਡੀਆਂ ਨੌਕਰੀਆਂ ਨੂੰ ਛੱਡ ਕੇ ਖੇਤੀ ਵੱਲ ਆਉਣ ਦਾ ਉਹਨਾਂ ਦਾ ਸਬਬ ਬਣਿਆ। ਇਹਦੀ ਵਜ੍ਹਾ ਕੀ ਰਹੀ ਹੈ? ਇਹਦੀ ਮਿਸਾਲ ਨੇ ਰਾਹੁਲ ਸ਼ਰਮਾ ਜੀ। ਫਿਲਹਾਲ ਉਹਨਾਂ ਤੋਂ ਹੀ ਜਾਣਾਂਗੇ ਕਿ ਖੇਤੀ ਵੱਲ ਆਉਣ ਦਾ ਇੱਕ ਐਡੀ ਵੱਡੀ ਜੋਬਾਂ ਨੂੰ ਪਾਸੇ ਰੱਖ ਕੇ ਇਸ ਜੋਬ ਦੇ ਵੱਲ, ਇਸ ਕਿੱਤੇ ਦੇ ਵੱਲ ਕਿਵੇਂ ਆਉਣਾ ਹੋਇਆ। ਅਤੇ ਸਵਾਗਤ ਕਰ ਲੈਣ ਉਹਨਾਂ ਦਾ ਪ੍ਰੋਗਰਾਮ ਅੰਨਦਾਤਾ ਦੇ ਵਿੱਚ। ਤੇ ਰਾਹੁਲ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਵਾਗਤ ਕਰਦੇ ਹਾਂ ਪ੍ਰੋਗਰਾਮ ਅੰਨਦਾਤਾ ਵਿੱਚ ਜੀ। ਰਣਵੀਰ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਆਏ, ਤੇ ਤੁਹਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਚਲੋ, ਸਾਡਾ ਆਉਣ ਦਾ ਸਬੱਬ ਬਣਿਆ ਜੀ ਤੁਹਾਡਾ ਕਿੱਤਾ, ਤੁਹਾਡੀ ਜੋ ਤੁਸੀਂ ਕਿਰਤ ਕਰਦੇ ਹੋ। ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਲੱਭ ਕੇ ਲਿਆਈਏ ਉਹਨਾਂ ਕਿਸਾਨਾਂ ਨੂੰ ਜੋ ਹੋਰਾਂ ਕਿਸਾਨਾਂ ਦੇ ਲਈ ਮਿਸਾਲ ਬਣਨ ਕਿ ਖੇਤੀ ਨੂੰ ਕਿਵੇਂ ਕਰੀਏ। ਅਤੇ ਖੇਤੀ ਕੋਈ ਘੱਟ ਵਾਲਾ ਸੌਦਾ ਨਹੀਂ, ਸਗੋਂ ਕਿ ਇਹ ਤਾਂ ਜੀਵਨ ਸ਼ੈਲੀ ਹੈ, ਇਹਨੂੰ ਅਪਣਾਉਣਾ ਚਾਹੀਦਾ। ਤਰੀਕੇ ਭਾਵੇਂ ਆਪਾਂ ਨੂੰ ਬਦਲਣ ਦੀ ਲੋੜ ਹੈ, ਜੋ ਤੁਸੀਂ ਅਪਣਾਇਆ। ਅਤੇ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਕਾਫੀ ਤੁਹਾਡੀ ਜਿਹੜੀ ਨੌਕਰੀ ਸੀ ਇਸ ਤੋਂ ਪਹਿਲਾਂ IT ਤੁਸੀਂ ਕੰਮ ਕਰਦੇ ਸੀਗੇ, ਵਧੀਆ ਇੱਕ ਇਹੀ ਹੁੰਦਾ ਨਾ ਵੀ ਆਪਣਾ ਕਮਾਈ ਚੰਗੀ ਹੋਵੇ, ਰਹਿਣੀ ਸਹਿਣੀ ਚੰਗੀ ਹੋਵੇ, ਘਰ ਪਰਿਵਾਰ, ਕਿਉਂਕਿ ਪੈਸੇ ਬਿਨਾਂ ਗੁਜ਼ਾਰਾ ਨਹੀਂ। ਪਰ ਉਹ ਤੋਂ ਬਾਅਦ ਖੇਤੀ ਵਾਲੇ ਪਾਸੇ ਨੂੰ ਤੁਸੀਂ ਆ ਗਏ ਤਾਂ ਇੱਕਦਮ ਹੀ ਐਡੀ ਸੋਚ ਜਿਹੜੀ ਬਦਲਣੀ, ਇਹਦੇ ਲਈ ਕੋਈ ਸਬੱਬ ਜਿਹਾ ਹੀ ਬਣਦਾ ਹੁੰਦਾ। ਤਾਂ ਮੇਰਾ ਇਹੀ ਹੈ ਵੀ ਤੁਸੀਂ ਖੇਤੀ ਵੱਲ ਨੂੰ ਤੁਹਾਡਾ ਆਉਣ ਦਾ ਸਬੱਬ ਕਿਵੇਂ ਬਣਿਆ? ਦੇਖੋ ਜੀ, ਸਭ ਦੇ ਜ਼ਿੰਦਗੀ, ਮੈਨੂੰ ਲੱਗਦਾ ਹੈ ਸਭ ਦੀ ਜ਼ਿੰਦਗੀ ਦੇ ਅੰਦਰ ਕਦੇ ਇੱਕ ਕੋਈ ਮੋੜ ਆਉਂਦਾ ਹੈ, ਕਦੇ ਇੱਕ ਓਪਰਚੁਨਿਟੀ ਵੀ ਆਉਂਦੀ ਹੈ ਜੀ। ਕੁਛ ਲੋਕਾਂ ਦੇ ਅੰਦਰ ਚੋਇਸ ਹੁੰਦੀ ਹੈ ਵੀ ਉਹ ਲੈ ਸਕਦੇ ਨੇ, ਕੁਛ ਕਰ ਸਕਦੇ ਨੇ ਜੀ। ਅਤੇ 19 ਸਾਲ ਮੈਂ IT ਦੀ ਨੌਕਰੀ ਕੀਤੀ, ਟਿਪੀਕਲ IT ਜੋਬ ਜਿਹੜੀ ਹੁੰਦੀ ਹੈ, IT ਸੌਫਟਵੇਅਰ ਤੁਸੀਂ ਦੱਸਿਆ, IT ਸੌਫਟਵੇਅਰ ਬਾਰੇ ਜਿਸ ਅਸੀਂ ਗੱਲ ਕਰ ਰਹੇ ਸੀ, ਉਹ ਮੈਂ ਜੋਬ ਕੀਤੀ। 19 ਸਾਲ ਮੈਂ ਜੋਬ ਕੀਤੀ। ਅਤੇ ਮੇਰੇ ਜਿਹੜੇ ਲਾਸਟ 8 ਸਾਲ ਸੀਗੇ, ਉਹਦੇ 1-2 ਸਾਲ ਪਹਿਲਾਂ ਜਦੋਂ ਮੈਂ ਜੋਬ ਛੱਡਣ ਵਾਲਾ ਸੀ, ਮੈਂ ਫੂਡ ਬਾਰੇ ਪੜ੍ਹਨਾ ਸ਼ੁਰੂ ਕੀਤਾ। ਫੂਡ ਜੋ ਮੈਨੂੰ ਲੱਗਦਾ ਵੀ ਬਹੁਤ ਹੀ ਬੇਸਿਕ ਇੱਕ ਚੀਜ਼ ਹੈ, ਸਾਡੀ ਇੱਕ ਨੈਸੈਸਿਟੀ ਹੈ ਫੂਡ।
ਫਿਰ ਫੂਡ ਬਾਰੇ ਪੜ੍ਹਨਾ ਸ਼ੁਰੂ ਕੀਤਾ। ਫਿਰ ਮੈਂ ਦੇਖਿਆ ਵੀ ਅਸੀਂ ਜਿਹੜਾ ਇੱਕ ਜਿਹਨੂੰ ਅਸੀਂ ਫੂਡ ਸਿਸਟਮ ਕਹਿੰਦੇ ਨੇ, ਇੱਕ ਫਾਰਮ ਟੂ ਟੇਬਲ ਜਿਹੜਾ ਇੱਕ ਟਰਮ ਅਸੀਂ ਯੂਜ਼ ਕਰਦੇ ਨੇ ਜੀ, ਇੱਕ ਚੇਨ ਹੁੰਦੀ ਹੈ ਉਹ ਫਾਰਮ ਟੂ ਟੇਬਲ ਜਿਹੜਾ ਸਾਡਾ ਫੂਡ ਸਿਸਟਮ ਹੈ ਉਹ ਇੰਨਾ ਕਰਪਟ ਹੋ ਚੁੱਕਿਆ ਤੇ ਕੰਟੈਮੀਨੇਟ ਹੋ ਚੁੱਕਾ ਹੈ, ਪੋਲਿਊਟਿਡ ਹੋ ਗਿਆ। ਤੇ ਤੁਸੀਂ ਜਦੋਂ ਇੰਨੀ ਸਾਰੀ ਚੀਜ਼ਾਂ ਕਨੈਕਟ ਕਰਦੇ ਹੋ, ਫੂਡ ਹੋ ਗਿਆ, ਹਵਾ ਹੋ ਗਈ, এনवायरमेंट ਹੋ ਗਿਆ, ਫਿਰ ਸਿਹਤ ਹੋ ਗਈ ਤੁਹਾਡੀ, ਇਹ ਸਾਰੀਆਂ ਚੀਜ਼ਾਂ ਜਦੋਂ ਤੁਸੀਂ ਪੜ੍ਹਨਾ ਸ਼ੁਰੂ ਕਰਦੇ ਹੋ, ਅੰਦਰ ਜਾਂਦੇ ਹੋ, ਜ਼ਰਾ ਡੀਪ ਜਾਂਦੇ ਹੋ, ਸਾਰੀ ਚੀਜ਼ਾਂ ਇੱਕ ਕਨੈਕਟ ਹੁੰਦੀਆਂ ਨੇ। ਤੇ ਸਾਰੀਆਂ ਚੀਜ਼ਾਂ ਦੀ ਜਿਹੜੀ ਇੱਕ ਬੇਸਿਕ ਉਹ ਹੈ ਸੋਇਲ। ਤੇ ਉਹਦੇ ਜੋ ਸਾਰੀਆਂ ਡਾਟਸ ਕਨੈਕਟ ਹੋਈਆਂ, ਸਾਨੂੰ ਪਤਾ ਚੱਲਿਆ ਵੀ ਇਹ ਇੰਨਾ ਕਰਪਸ਼ਨ ਆ ਗਿਆ ਫੂਡ ਦੇ ਅੰਦਰ, ਪੋਲਿਊਸ਼ਨ ਆ ਗਿਆ, ਸਿਹਤ ਸਾਡੀ ਦੀ ਖਰਾਬ ਹੋ ਰਹੀ ਹੈ। ਤੇ ਇਹਦੇ ਬਾਰੇ ਤੁਸੀਂ ਕੀ ਕਰ ਸਕਦੇ ਹੋ? ਹਰ ਇੱਕ ਬੰਦੇ ਦੇ ਕੋਲ ਚੋਇਸ ਹੁੰਦੀ ਹੈ। ਕੋਈ ਕੁਛ ਕਰਦੇ ਨੇ, ਕੋਈ ਆਪਣਾ ਚਲੋ ਮੈਂ ਤਾਂ ਫਾਰਮਿੰਗ ਸ਼ੁਰੂ ਕਰਤੀ, ਬਾਕੀ ਕੁਛ ਹੋਰ ਕਰਦੇ ਨੇ, ਕਿਸੇ ਹੋਰ ਤਰ੍ਹਾਂ ਦੀ ਸੇਵਾ ਕਰਦੇ ਨੇ, ਐਕਟਿਵਿਜ਼ਮ ਵੀ ਹੁੰਦਾ, ਉਹ ਵੀ ਸਭ ਲੋਕ ਕਰਦੇ ਨੇ। ਤੇ ਫਿਰ ਮੈਂ ਸਾਰਿਆਂ ਲੋਕਾਂ ਨੂੰ, ਮੇਰੀ ਲਾਸਟ ਜਿਹੜੀ ਨੌਕਰੀ ਸੀ, ਮੈਂ ਸਾਰਿਆਂ ਨੂੰ ਕਹਿੰਦਾ ਸੀ, ਉਹਨਾਂ ਨੂੰ ਮੈਂ ਕਹਾਣੀਆਂ ਦੱਸਦਾ ਸੀ ਸੋਇਲ ਬਾਰੇ, ਫੂਡ ਬਾਰੇ, ਵੀ ਜੇ ਤੁਹਾਡੇ ਕੋਲ ਚੋਇਸ ਹੈ ਤਾਂ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ। ਫਿਰ ਇੱਕ ਵਾਰ ਮੈਂ ਖੁਦ ਹੀ ਸੋਚਿਆ, ਮੈਂ ਕਿਹਾ ਮੇਰੇ ਕੋਲ ਤਾਂ ਸਾਡੀ ਤਾਂ ਪੁਸ਼ਤੈਨੀ ਜ਼ਮੀਨ ਹੈ, ਖੇਤੀ ਸਾਡੀ ਜ਼ਮੀਨ ਦੇ ਅੰਦਰ ਹੈ ਜੀ, 100 ਸਾਲ ਪੁਰਾਣੀ ਸਾਡੀ ਜ਼ਮੀਨ ਹੈ, ਮੇਰੇ ਦਾਦਾ ਨੇ ਇਕੱਠੀ ਕੀਤੀ, ਹੌਲੀ ਹੌਲੀ ਉਹਨਾਂ ਨੇ ਵੀ ਖੇਤੀ ਕੀਤੀ। ਤੇ ਮੇਰੇ ਕੋਲ ਤਾਂ ਚੋਇਸ ਹੈ, ਮੈਂ ਖੁਦ ਹੀ ਨਹੀਂ, ਮੈਂ ਕਿਉਂ ਨਹੀਂ ਉਹਦੇ ਅੰਦਰ ਕਰਦਾ? ਇੱਕ ਇਹ ਪ੍ਰੋਬਲਮ ਹੈ ਜਿਹੜੀ ਤੁਸੀਂ ਸੋਲਵ ਕਰ ਸਕਦੇ ਹੋ। ਤੇ ਉਹ ਜਦੋਂ ਆਇਆ, ਮੈਂ ਕਿਹਾ ਇਹ ਤਾਂ ਹੁਣ ਇੱਕ ਪ੍ਰੋਬਲਮ ਹੈ ਜਿਹੜੀ ਮੈਂ ਖੁਦ ਹੀ ਸੋਲਵ ਕਰ ਸਕਦਾ, ਆਰਗੈਨਿਕ ਫਾਰਮਿੰਗ ਕਰਕੇ ਜੀ। ਤੇ ਉਹ ਜਦੋਂ ਰੀਅਲਾਈਜੇਸ਼ਨ ਮੇਰੀ ਆਈ, ਉਹਦੇ ਬਾਅਦ ਫਿਰ ਬਸ ਫਿਰ ਮੈਂ ਪਲੈਨਿੰਗ ਨਹੀਂ ਕੀਤੀ, ਕੋਈ ਮੈਂ ਕੁਝ ਸੋਚਿਆ ਨਹੀਂ। ਮੈਂ ਕਿਹਾ 10 ਦਿਨ ਦੇ ਅੰਦਰ ਅੰਦਰ ਮੈਂ ਅਸਤੀਫਾ ਦੇਤਾ। ਤੇ ਉਹਦੇ ਬਾਅਦ ਚੰਡੀਗੜ੍ਹ ਅਸੀਂ ਫਲਾਈਟ ਲਿੱਤੀ, ਫੈਮਿਲੀ ਨੂੰ ਥੋੜਾ ਕਨਵਿੰਸ ਕੀਤਾ, ਵਾਈਫ ਨੂੰ, ਕਿ ਬਈ ਇਹ ਹੁਣ ਆਈਡੀਆ ਹੈ, ਵਨ ਫਾਈਨ ਡੇ ਬਈ ਹੋ ਗਿਆ ਸਾਰਾ ਖਤਮ, ਹੁਣ ਅਸੀਂ ਜਾ ਰਹੇ ਹਾਂ ਚੰਡੀਗੜ੍ਹ। ਤੇ ਉਹ ਕਨਵਿੰਸ ਕੀਤਾ, ਉਹ ਸਾਰਾ ਹੋਇਆ। ਤੇ ਉਹ ਟ੍ਰਿਗਰ ਸੀਗਾ ਇੱਥੇ ਖੇਤੀ ਸ਼ੁਰੂ ਕਰਨ ਦਾ। ਤੇ ਗੱਲ ਇਹ ਹੈ ਵੀ ਪੰਜਾਬ ਦੇ ਵਿੱਚ ਨਾ, ਪੰਜਾਬ ਜਿਹੜੀ ਵੀ ਹੁੰਦਾ, ਪੁਰਾਣੇ ਖੇਤੀ ਕਰਦੇ ਉਹਨਾਂ ਨੂੰ ਸੌਖਾ ਲੱਗਦਾ, ਕਿਉਂਕਿ ਉਹਦੇ ਖੂਨ ਦੇ ਵਿੱਚ ਖੇਤੀ ਹੈ। ਕਹਿੰਦਾ ਪੰਜਾਬ ਤਾਂ ਭਾਈ ਜੱਟਾਂ ਦੀ ਉਹ ਖੇਤੀ ਹੈ, ਹੋਰ ਕਦੇ ਸ਼ਰਮੇ ਵਰਮੇ ਦੀ ਖੇਤੀ ਤਾਂ ਹੈ ਨਹੀਂ ਕਦੇ ਵੀ। ਉਹ ਨਾ ਇੱਕ ਬਣਿਆ ਹੋਇਆ ਨਾ, ਵੀ ਜੋ ਮੋਟੋ ਜਿਹਾ ਬਣਿਆ ਹੋਇਆ ਆਮ ਜੀ ਗੱਲ ਆ, ਵੀ ਦੇਖੋ ਵੀ ਬਾਹਮਣਾਂ ਦੇ ਮੁੰਡੇ ਖੇਤੀ ਕਰਨ ਲੱਗ ਪਏ। ਇਹ ਚੀਜ਼ ਵੀ ਆਪਣੇ ਆਪ, ਇਹ ਚੀਜ਼ ਤਾਂ ਹੁੰਦੀ ਹੈ ਵੀ IT ਕਰ ਰਹੇ ਹੋ, ਜੋਬ ਕਰਦੇ, ਫੈਮਿਲੀ ਨੂੰ ਬਣਾਉਣਾ ਬੜਾ ਔਖਾ ਜਿਹਾ ਕੰਮ ਹੁੰਦਾ। ਤੇ ਉਹ ਤੋਂ ਬਾਅਦ ਜਦੋਂ ਤੁਸੀਂ ਕਰਨ ਲੱਗ ਜਾਂਦੇ ਹੋ, ਜਿਵੇਂ ਤੁਸੀਂ ਤੁਹਾਡੀ ਜਿਹੜੀ ਲਾਈਫ ਹੈ ਪਿਛਲੀ, ਉਹਦੇ ਬਾਰੇ ਕਹਿੰਦੀ ਖੇਤੀ ਬਾਰੇ ਤੁਹਾਨੂੰ ਕੋਈ ਬਹੁਤਾ ਪਤਾ ਨਹੀਂ, ਸਿਰਫ ਇੱਕ ਮਤਲਬ ਮਨ 'ਚ ਉਮੰਗ ਜੀ ਸੀ ਕਰੀਏ, ਤੇ ਸ਼ੁਰੂਆਤ ਕਰਨੀ ਫਿਰ ਔਖੀ ਜਿਹੀ ਨਹੀਂ ਲੱਗੀ? ਨਹੀਂ, ਬਿਲਕੁਲ ਠੀਕ ਕਹਿ ਰਹੇ ਤੁਸੀਂ। ਪਹਿਲਾਂ ਮੇਰਾ ਵੀ ਇਹੀ ਐਂਗਲ ਸੀਗਾ ਵੀ ਮੈਨੂੰ ਕੁਛ ਨਹੀਂ ਪਤਾ, ਜ਼ੀਰੋ ਖੇਤੀ ਦਾ ਪਤਾ ਸੀ, ਮੈਨੂੰ ਕੁਛ ਨਹੀਂ ਪਤਾ ਸੀ। ਮੇਰੇ ਫਾਦਰ ਨੇ ਕੀਤੀ ਸੀ ਖੇਤੀ, ਜਦੋਂ ਉਹ ਫਿਰ ਪੜ੍ਹਨ ਚਲੇ ਗਏ, ਬਾਹਰ ਚਲੇ ਗਏ, ਉਹਨਾਂ ਨੇ ਵੀ ਖੇਤੀ ਕੀਤੀ ਸੀ। ਅਸੀਂ ਤਾਂ ਕਹਾਣੀਆਂ ਸੁਣੀਆਂ ਸੀਗੀਆਂ। ਤੇ ਸਾਨੂੰ ਜਦੋਂ ਅਸੀਂ ਛੋਟੇ ਸੀਗੇ, ਗਰਮੀਆਂ ਦੀ ਛੁੱਟੀਆਂ ਸਾਨੂੰ ਪਾਪਾ ਸਾਡੇ ਪਿੰਡ ਲੈ ਜਾਂਦੇ ਸੀ। ਉਸ ਵਕਤ ਸਾਨੂੰ ਚੰਗਾ ਨਹੀਂ ਲੱਗਦਾ ਸੀ, ਪਿੰਡ ਦੀ ਹਵਾ ਲੱਗ ਗਈ ਕਿਤੇ ਹੌਲੀ ਹੌਲੀ। ਉਹ ਬਾਅਦ 'ਚ ਪਤਾ ਚੱਲਿਆ ਜੀ ਕਿ ਉਹਦਾ ਕੋਈ ਫਰਕ ਪਿਆ ਸੀ। ਤੇ ਅਸੀਂ ਪਿੰਡ ਜਾਂਦੇ ਸੀ, ਉੱਥੇ ਉਹੀ ਐਕਸਪੋਜ਼ਰ ਸੀਗਾ ਸਾਡਾ ਜੀ। ਤੇ ਫਿਰ ਖੇਤੀ ਦਾ ਜ਼ੀਰੋ ਐਕਸਪੀਰੀਅੰਸ। ਤੇ ਬਟ ਮੈਨੂੰ ਬਾਅਦ 'ਚ ਪਤਾ ਚੱਲਿਆ ਵੀ ਇਹੀ ਕਹਿੰਦੇ ਨੇ ਵੀ ਤੁਹਾਨੂੰ ਤਾਂ ਖੇਤੀ ਦਾ ਕੋਈ ਹੈਗਾ ਨਹੀਂ, ਤੁਸੀਂ ਕੀ ਕਰੋਗੇ? ਬਈ ਮੈਨੂੰ ਲੱਗਦਾ ਜਦੋਂ ਤੁਸੀਂ ਮਿੱਟੀ ਦੇ ਵੱਲ ਜਾਂਦੇ ਹੋ ਨਾ, ਉਹ ਜਿਹੜਾ ਤੁਹਾਡਾ ਪੁਰਾਣਾ ਇੱਕ ਰਿਸ਼ਤਾ ਹੈ ਉਹ ਰਿਵਾਈਵ ਹੋ ਜਾਂਦਾ, ਉਹਦੇ ਬਾਅਦ ਸਭ ਕੁਝ ਸੌਖਾ ਹੋ ਜਾਂਦਾ। ਉਹੀ ਮੇਰੇ ਨਾਲ ਵੀ ਹੋਇਆ। ਬਈ ਜਦੋਂ ਮੈਂ ਜਾਣਾ ਸ਼ੁਰੂ ਕੀਤਾ ਪਿੰਡ, ਬਾਰ-ਬਾਰ ਸੋਇਲ ਦੇ ਨਾਲ ਇੱਕ ਜਿਹੜਾ ਤੁਹਾਡਾ ਇੱਕ ਰਿਸ਼ਤਾ ਹੁੰਦਾ, ਜਦੋਂ ਤੁਸੀਂ ਸਮਝਦੇ ਹੋ ਨਾ, ਤੁਸੀਂ ਪਲਾਂਟਸ ਨੂੰ ਨਹੀਂ ਸਮਝਦੇ ਕਿ ਤੁਸੀਂ ਕੀ ਉਗਾਇਆ, ਝੋਨਾ ਉਗਾਇਆ, ਕਣਕ ਉਗਾਈ ਹੈ, ਉਹ ਨਹੀਂ ਤੁਹਾਡਾ ਫੋਕਸ। ਤੁਹਾਡਾ ਫੋਕਸ ਹੈ ਸੋਇਲ। ਤੇ ਉਹ ਮੈਨੂੰ ਲੱਗਦਾ ਉਹ ਸਭ ਦਾ ਬੇਸਿਕ ਹੈ। ਤੁਸੀਂ ਕਿਸੇ ਨੂੰ ਵੀ ਫੜ ਕੇ, ਜਿਹਨੇ ਕੀਤੀ ਹੋਏ, ਨੌਕਰੀ ਕੀਤੀ ਹੋਏ, ਸ਼ਹਿਰਾਂ ਦੇ ਅੰਦਰ ਉਹਦੀ ਰਿਹਾਇਸ਼ ਹੋਏ, ਉਹਨੂੰ ਤੁਸੀਂ ਫੜ ਕੇ ਪਿੰਡ ਲੈ ਜਾਓ, ਤੁਸੀਂ ਉਹਨੂੰ ਇੰਨਾ ਮਜ਼ਾ ਆਏਗਾ, ਸੋਇਲ ਦੇ ਨਾਲ ਉਹਦਾ ਜਿਹੜਾ ਕਨੈਕਟ ਹੋਏਗਾ, ਉਹ ਆਪਣੇ ਆਪ ਹੀ ਰਿਵਾਈਵ ਹੋ ਜਾਣਾ ਉਹਦੇ ਅੰਦਰ। ਅਕਸਰ ਗੱਲ ਇਹ ਹੈ ਨਾ ਵੀ ਸ਼ਹਿਰ ਤੋਂ ਜਦੋਂ ਪਿੰਡ ਲੈ ਕੇ ਜਾਣਾ, ਕਿ ਬਸ ਥੋੜੇ ਚਿਰ ਲਈ ਇੰਜੋਇਮੈਂਟ ਹੁੰਦਾ, ਉਹ ਰੋਮਾਂਸ ਹੁੰਦਾ, ਹਾਂਜੀ ਉਹ ਹੁੰਦਾ, ਪਰ ਵਕਤ ਦੇ ਨਾਲ ਜਦੋਂ ਹੁੰਦਾ ਫਿਰ ਉਹ ਬੋਰ ਵੀ ਹੋਣ ਲੱਗ ਜਾਂਦੇ ਨੇ, ਕਿਉਂਕਿ ਇਹ ਚੀਜ਼ ਸ਼ੁਰੂ ਕਰਨੀ ਸੌਖੀ ਹੈ, ਪਰ ਉਹਨੂੰ ਕੰਟੀਨਿਊਟੀ 'ਚ ਰੱਖਣਾ, ਲਗਾਤਾਰਤਾ 'ਚ ਰੱਖਣਾ, ਇਹ ਥੋੜ੍ਹਾ ਜਿਹਾ ਔਖਾ। ਤੇ ਨਾਲ ਦੀ ਨਾਲ ਜਿਵੇਂ ਖੇਤੀ ਚਲੋ ਕੀਤੀ ਤੁਸੀਂ, ਪਰ ਇਹ ਹੁੰਦਾ ਵੀ ਆਪਾਂ ਕਰੀਏ ਕੀ,
ਕਿਉਂਕਿ ਖੇਤੀ ਦੇ ਚਲੋ ਇੱਕ ਨਾਂ ਇਹਦੇ ਅੱਗੇ ਕਹਿ ਦਈਏ ਸਭ ਜਿਹੜੇ ਪੁਆਇੰਟਸ ਨੇ ਉਹ ਬਹੁਤ ਜ਼ਿਆਦਾ ਨੇ। ਤੁਸੀਂ ਖਾਸ ਤੌਰ 'ਤੇ ਆਰਗੈਨਿਕ ਜਿਹੜੀ ਖੇਤੀ, ਜੈਵਿਕ ਖੇਤੀ ਹੈ, ਵੀ ਆਪਾਂ ਕੀਟਨਾਸ਼ਕਾਂ ਦੀ ਵਰਤੋਂ ਨਾ ਕਰੀਏ, ਕਿਉਂਕਿ ਜਿਹੜੀ ਅੱਜ ਦੀ ਜਿਹੜੀ ਆਪਣੇ ਕਹਿ ਦਈਏ ਲਕਾਈ ਆ, ਲੋਕਾਂ ਨੂੰ ਤਬਾਹ ਕਰਨ 'ਤੇ ਆਏ ਹੋਇਆ ਸਮਾਜ ਨੂੰ, ਖਾਂਦੇ ਪੀਂਦੇ ਆਪਾਂ ਇਹੋ ਜਿਹੇ ਅਤੇ ਉਹੀ ਸਿਹਤਾਂ ਆਪਣੀਆਂ ਖਰਾਬ ਹੁੰਦੀਆਂ ਨੇ। ਅਤੇ ਆਰਗੈਨਿਕ ਖੇਤੀ ਵੱਲ ਵੀ ਤੁਸੀਂ ਆਏ, ਅਤੇ ਇਹ ਇੱਕ ਹੁੰਦਾ ਵੀ ਆਪਾਂ ਪੈਸੇ ਕਮਾਉਣੇ ਨੇ, ਵੀ IT 'ਚ ਤਨਖਾਹਾਂ ਵੱਡੀਆਂ ਨੇ, ਜੇ ਖੇਤੀ ਵੀ ਕਰੀਏ ਤਾਂ ਇੱਕ ਹੁੰਦਾ ਵੀ ਸਾਡੇ ਕੋਲ ਪੈਸੇ ਵੀ ਜ਼ਿਆਦਾ ਹੋਣ, ਖੇਤੀ ਤੋਂ ਕਮਾਈ ਵੀ ਹੋਵੇ, ਪਰ ਜਿਹੜੀ ਤੁਸੀਂ ਚੁਣੀ ਆ ਉਹ ਥੋੜ੍ਹਾ ਜਿਹਾ ਔਖਾ ਹੁੰਦਾ। ਸੋ ਆਰਗੈਨਿਕ ਖੇਤੀ, ਅਤੇ ਜਦੋਂ ਖੇਤੀ ਵੱਲ ਆਏ ਤਾਂ ਕੀ ਕਰਨਾ ਖੇਤੀ ਦੇ ਵਿੱਚ, ਇਹ ਕਿੱਦਾਂ ਤੁਸੀਂ ਡਿਸਾਈਡ ਕੀਤਾ? ਠੀਕ ਕਹਿ ਰਹੇ ਤੁਸੀਂ ਬਹੁਤ ਲੋਕੀ ਇਹ ਸੋਚਦੇ ਨੇ ਕਿ ਵੀ ਤੁਸੀਂ ਆ ਕੇ ਖੇਤੀ ਕਰ ਸਕਦੇ ਹੋ, ਅਤੇ ਬਹੁਤ ਲੋਕੀ ਫਿਰ ਆ ਕੇ ਛੱਡ ਕੇ ਚਲੇ ਵੀ ਜਾਂਦੇ ਨੇ ਜੀ। ਉਹ ਇੱਕ ਪੀਰੀਅਡ ਹੁੰਦਾ ਹੈ, ਮੈਂ ਉਹਨਾਂ ਨੂੰ ਕਹਿੰਦਾ ਵੀ ਇੱਕ ਹਨੀਮੂਨ ਪੀਰੀਅਡ ਹੈ, ਉਹ ਰੋਮਾਂਸ ਹੈ, ਖੇਤ 'ਤੇ ਜਾ ਕੇ ਫੋਟੋ ਖਿਚਵਾਉਣਾ, ਉਹ ਕਰਨਾ, ਉਹ ਸਾਰਾ ਉਹ ਮੈਂ ਵੀ ਕੀਤਾ, ਸਰੋਂ ਦੇ ਖੇਤਾਂ 'ਚ ਜਾ ਕੇ ਹਾਂ ਉਹ ਸਭ ਕੁਛ ਕੀਤਾ ਅਸੀਂ, ਟਰੈਕਟਰ ਦੇ ਉੱਤੇ ਚੱਲ ਕੇ ਫੋਟੋ ਖਿਚਵਾ ਲਈ। ਚਲੋ ਉਹ ਫਿਰ ਸਸਟੇਨ ਨਹੀਂ ਹੁੰਦਾ, ਸਸਟੇਨ ਕਰਨ ਵਾਸਤੇ ਤੁਹਾਨੂੰ ਇੱਕ ਚਾਹੀਦਾ ਹੈ ਕੌਜ਼, ਤੁਹਾਡਾ ਹੁਣ ਕੌਜ਼ ਕੀ ਹੈ, ਪਰਪਸ ਕੀ ਹੈ। ਇੱਕ ਪਰਪਸ ਹੋ ਗਿਆ ਬਿਜ਼ਨਸ ਜੀ, ਅਤੇ ਫਿਰ ਜੇ ਤੁਸੀਂ ਨਵੇਂ ਖੇਤੀ 'ਚ ਆਓ, ਉਹ ਵੀ ਆਰਗੈਨਿਕ, ਜਿਹੜੀ ਇੰਨੀ ਸੌਖੀ ਨਹੀਂ ਹੈ ਸਟਾਰਟ ਕਰਨੀ, ਮਾਰਕੀਟਿੰਗ ਮੁਸ਼ਕਿਲ ਹੈ, ਫਿਰ ਤੁਸੀਂ ਪੈਸੇ ਦਾ ਵੀ ਨਹੀਂ ਸੋਚ ਸਕਦੇ, ਅਤੇ ਇੱਕ ਤਾਂ ਤੁਹਾਡੇ ਨਾਲ ਬਈ ਫਾਈਨੈਂਸ਼ੀਅਲ ਕੁਸ਼ਨ ਹੋਣਾ ਚਾਹੀਦਾ ਹੈ, ਨੋ ਡਾਊਟ ਅਬਾਊਟ ਇਟ। ਦੂਜਾ ਫਿਰ ਤੁਹਾਡਾ ਜਿਹੜਾ ਪਰਪਸ ਮੇਰਾ ਜਿਹੜਾ ਪਰਪਸ ਸੀ ਉਹ ਪੈਸਾ ਕਮਾਉਣ ਵਾਲਾ ਨਹੀਂ ਸੀਗਾ। ਮੇਰਾ ਪਰਪਸ ਸੀਗਾ ਵੀ ਸੋਇਲ ਨੂੰ ਅਸੀਂ ਰੀਜਨਰੇਟ ਕਰਨਾ ਹੈ। ਜਿਹੜਾ ਮੈਂ ਹੁਣ ਇੰਨਾ ਪੜ੍ਹਿਆ ਸੋਇਲ ਬਾਰੇ, ਇੰਨੀ ਪੋਲਿਊਸ਼ਨ ਬਾਰੇ ਜਿਹੜਾ ਮੈਂ ਪੜ੍ਹਿਆ ਹੈ, ਉਹ ਮੈਂ ਕੀ ਪ੍ਰੋਬਲਮ ਸੋਲਵ ਕਰ ਸਕਦਾ, ਨਹੀਂ ਕਰ ਸਕਦਾ ਜੀ, ਅਤੇ ਮੇਰਾ ਫੋਕਸ ਸੀਗਾ ਸੋਇਲ ਨੂੰ ਰੀਜਨਰੇਟ ਕਰਨਾ, ਉਹ ਹੀ ਮੇਰਾ ਪਰਪਸ ਸੀਗਾ। ਉਹਦੇ ਬਾਅਦ ਪੈਸਿਆਂ ਦੀ ਤੁਸੀਂ ਇਗਨੋਰ ਨਹੀਂ ਕਰ ਸਕਦੇ, ਅਤੇ ਮੇਰਾ ਪਹਿਲਾ ਗੋਲ ਸੀਗਾ ਵੀ ਇਹ ਮੇਰਾ ਫਾਰਮ ਸਸਟੇਨੇਬਲ ਬਣ ਸਕਦਾ ਜਾਂ ਨਹੀਂ ਬਣ ਸਕਦਾ। ਸਸਟੇਨੇਬਲ ਮਤਲਬ ਮੈਂ ਇੰਨਾ ਕੁਇੰਟਲ ਮੇਰਾ ਝਾੜ ਆਇਆ, ਉਹ ਮੈਂ ਵੇਚਿਆ, ਅਤੇ ਉਹਦੇ ਬਾਅਦ ਜਿਹੜੇ ਪੈਸੇ ਆਏ ਉਹੀ ਮੇਰੇ ਪੂਰੇ ਹੋ ਗਏ, ਬੈਲੈਂਸ ਹੋ ਗਿਆ, ਸਸਟੇਨੇਬਲ ਹੋ ਗਿਆ ਮੇਰਾ ਫਾਰਮ, ਅਤੇ ਉਹੀ ਮੇਰਾ ਗੋਲ ਸੀ। ਮੈਂ 3 ਸਾਲ ਕਰਕੇ ਉਹ ਗੋਲ ਮੈਂ ਪੂਰਾ ਕਰ ਲਿਆ। ਉਹ ਐਕਸਪੀਰੀਅੰਸ ਮੈਂ ਆਪਣਾ ਫਿਰ IT ਵਾਲਾ ਐਕਸਪੀਰੀਅੰਸ ਹੀ ਲਾਇਆ ਉੱਥੇ। ਇਹ ਪ੍ਰੋਜੈਕਟ ਮੈਨੇਜਮੈਂਟ ਹੁੰਦੀ ਹੈ ਵੀ ਤੁਸੀਂ ਲੇਬਰ ਕਿੱਦਾਂ ਮੈਨੇਜ ਕਰਨੀ ਹੈ, ਤੁਸੀਂ ਸ਼ਡਿਊਲ ਬਣਾਉਣਾ ਹੈ, ਤੁਸੀਂ ਕੀ ਲੈਣਾ ਹੈ, ਅੱਗੇ ਪਲੈਨਿੰਗ ਕੀ ਕਰਨੀ ਹੈ, ਮਾਰਕੀਟਿੰਗ ਕਿਵੇਂ ਕਰਨੀ ਹੈ। ਉਹਦੇ ਅੰਦਰ ਫਿਰ ਮੇਰਾ ਜਿਹੜਾ 19 ਸਾਲ ਦਾ ਕਾਰਪੋਰੇਟ ਐਕਸਪੀਰੀਅੰਸ ਸੀਗਾ ਉਹ ਵੀ ਅਸੀਂ ਯੂਜ਼ ਕੀਤਾ, ਅਤੇ ਮੇਰਾ ਗੋਲ ਸੀਗਾ ਵੀ ਇਹ ਮੇਰਾ ਫਾਰਮ ਸਸਟੇਨੇਬਲ ਹੋ ਜਾਏ। ਉਹਦੇ ਬਾਅਦ ਜਿਹੜਾ ਕੋਈ ਪ੍ਰੋਫਿਟ ਆਏ ਉਹ ਸਸਟੇਨੇਬਲ ਹੋ ਜਾਏ ਪਹਿਲਾਂ, ਅਤੇ ਫਾਈਨੈਂਸ਼ੀਅਲੀ ਸਸਟੇਨੇਬਲ ਬਹੁਤ ਜ਼ਰੂਰੀ ਹੈ, ਇੱਕ ਉਹ ਹੋਣਾ ਚਾਹੀਦਾ। ਫਿਰ ਦੂਜਾ ਪਰਪਸ ਤੁਸੀਂ ਹੁਣ ਆਪਣੇ ਲਈ ਸਾਰਾ ਕੁਝ ਕਰਨਾ ਹੈ, ਅਤੇ ਫਿਰ ਤੁਸੀਂ ਨੌਕਰੀ ਕਰਦੇ ਰਹੋ। ਵੀ ਖੇਤੀ ਦੇ ਅੰਦਰ ਤੁਸੀਂ ਹੁਣ ਆਪਣਾ ਹੀ ਸੋਚਣਾ ਹੈ, ਅਤੇ ਫਿਰ ਉਹੀ ਗੱਲ ਹੋ ਗਈ ਵੀ ਤੁਸੀਂ ਕਾਰਪੋਰੇਟ ਨੌਕਰੀ ਕਰ ਰਹੇ ਹੋ, ਪੈਸੇ ਕਮਾ ਰਹੇ ਹੋ, ਮਹੀਨੇ ਦੇ ਬਾਅਦ ਪੈਸੇ ਆ ਗਏ, ਤੁਸੀਂ ਖੁਸ਼। ਫਿਰ ਮੈਂ ਸੋਚਿਆ ਵੀ ਤੁਸੀਂ ਦੂਸਰੇ ਕਿਸਾਨਾਂ ਵਾਸਤੇ, ਆਪਣੇ ਪਿੰਡ ਦੇ ਜਿਹੜੇ ਫਾਰਮਰਸ ਨੇ ਉਹਦੇ ਵਾਸਤੇ ਤੁਸੀਂ ਕੀ ਕਰ ਸਕਦੇ ਹੋ। ਤਾਂ ਉਹ ਜਿਹੜਾ ਮੇਰਾ ਗੋਲ ਹੈ ਉਹ ਹੁਣ ਚਾਲੂ ਹੈ, ਉਹ ਹੁਣ ਚੱਲ ਰਿਹਾ ਹੈ, ਮੈਂ ਐਕਸਪੈਰੀਮੈਂਟ ਵੀ ਕਰਦਾ ਹੈ। ਅਤੇ ਮੇਰੇ 2014 'ਚ ਤੁਸੀਂ ਵੀ ਸ਼ੁਰੂ 2016 'ਤੇ ਮੈਂ ਸ਼ੁਰੂ ਕੀਤੀ ਸੀ। ਬੜਾ ਸਮਾਂ ਨਹੀਂ ਹੋਇਆ, ਹੁਣ 2021 ਚੜ੍ਹੇ, 2021 ਚੜ੍ਹਿਆ। ਹਾਂਜੀ, ਅਤੇ ਇਹਦੇ ਵਿੱਚ ਤੁਸੀਂ ਹੁੰਦਾ ਵੀ ਆਪਾਂ ਆਏ, ਗਾਈਡਨੈਸ ਦੀ ਵੀ ਜ਼ਰੂਰਤ ਹੁੰਦੀ ਹੈ ਨਾ, ਆਪਾਂ ਨੇ ਵੀ ਆਪਾਂ ਨੂੰ ਲਾਉਣਾ, ਫਿਰ ਆਪਾਂ ਬੰਦਾ ਵੀ ਲੱਭਦੇ ਹਾਂ ਵੀ ਸਾਨੂੰ ਜਿਹੜਾ ਕੋਈ ਸਹੀ ਗਾਈਡ ਕਰ ਸਕੇ। ਅਤੇ ਇਹ ਕਹਿ ਦਈਏ ਵੀ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਵੀ ਤੁਹਾਨੂੰ ਭਲੇ ਵੇਲਿਆਂ 'ਚ ਭਲਾ ਬੰਦਾ ਲੱਭ ਜਾਵੇ ਵੀ ਜਿਹੜਾ ਤੁਹਾਨੂੰ ਸਹੀ ਗਾਈਡ ਕਰ ਦੇਵੇ। ਨਹੀਂ ਤਾਂ ਕਈ ਵਾਰ ਜੇ ਤੁਸੀਂ ਸ਼ੁਰੂਆਤ 'ਚ ਗਲਤ ਗਾਈਡ ਹੋ ਜਾਂਦੇ ਹੋ ਤਾਂ ਤੁਹਾਡਾ ਸਾਰਾ ਕਹਿ ਦਈਏ ਡਰੀਮ ਜੋ ਤੁਸੀਂ ਸੋਚਿਆ ਹੁੰਦਾ, ਤੁਹਾਡੇ ਉਹਦੇ ਨਾਲ ਇਮੋਸ਼ਨ ਜੁੜੇ ਹੁੰਦੇ, ਟੁੱਟ ਜਾਂਦੇ ਨੇ ਕਿਤੇ ਨਾ ਕਿਤੇ। ਅਤੇ ਇਹ ਵੀ ਦੱਸੋ ਵੀ ਕਿਹਨੇ ਗਾਈਡ ਕੀਤਾ, ਅਤੇ ਨਾਲ ਦੀ ਨਾਲ ਫਿਰ ਇਹਨੂੰ ਤੁਸੀਂ ਕੰਟੀਨਿਊ ਕਿਵੇਂ ਕਰਦੇ ਰਹੇ, ਫਸਲਾਂ ਕਿਹੜੀਆਂ ਚੂਜ਼ ਕੀਤੀਆਂ, ਉਹਨੂੰ ਮੈਨੇਜਮੈਂਟ ਕਿੱਦਾਂ ਕੀਤੀ। ਅਤੇ ਸਭ ਤੋਂ ਵੱਡੀ ਗੱਲ, ਤੁਸੀਂ ਜਿਵੇਂ ਪਹਿਲਾਂ ਹੀ IT ਨਾਲ ਜੁੜੇ ਹੋਏ ਹੋ, ਇੱਕ ਕਾਰਪੋਰੇਟ ਤਰੀਕੇ ਨਾਲ ਹੋ ਗਏ, ਵੀ ਹੁੰਦਾ ਵੀ ਸਭ ਤੋਂ ਵੇਚਣ ਦੀ ਕਲਾ ਹੁੰਦੀ ਹੈ ਵੀ ਆਪਣੇ ਸਮਾਨ ਨੂੰ ਵੇਚਣਾ ਕਿੱਦਾਂ। ਉਗਾਉਣਾ ਸਾਰਾ ਪੰਜਾਬ ਜਾਣਦਾ, ਸਾਰਾ ਹਿੰਦੁਸਤਾਨ ਜਾਣਦਾ, ਖੇਤੀ ਕਰਦੇ ਨੇ, ਪਰ ਅੱਜ ਦੇ ਦੌਰ 'ਚ ਇਹ ਆ ਵੀ ਜਿਹੜਾ ਤੁਸੀਂ ਬੀਜਿਆ ਭਾਈ ਉਹਨੂੰ ਵੇਚਣਾ ਕਿਵੇਂ ਆ, ਉਹ ਟ੍ਰਿਕੀ ਚੀਜ਼ ਆ। ਇਹ ਸਫ਼ਰ ਦਾ ਮੈਂ ਜ਼ਰੂਰ ਕਹੂੰਗਾ। ਅਤੇ ਪਹਿਲਾ ਸਵਾਲ ਤੁਸੀਂ ਕੀਤਾ, ਕਾਫੀ ਸਵਾਲ ਪੁੱਛ ਲਏ ਤੁਸੀਂ। ਹਾਂਜੀ, ਮਾਫੀ ਚਾਹੂੰਗਾ ਮੈਂ ਇਹਦੇ ਲਈ। ਕੋਈ ਗੱਲ ਨਹੀਂ। ਅਤੇ ਕੀ ਤੁਸੀਂ ਪੁੱਛਿਆ ਪਹਿਲਾਂ, ਮੈਂ ਹੁਣ ਭੁੱਲ ਗਿਆ। ਵੀ ਇਹ ਜਦੋਂ ਆਪਾਂ ਇਹ ਚੀਜ਼ ਨੂੰ ਆਉਂਦੇ ਆ ਨਾ, ਤਾਂ ਸ਼ੁਰੂਆਤ 'ਚ ਜਦੋਂ ਸ਼ੁਰੂ ਤੋਂ ਗਾਈਡੈਂਸ ਦਾ ਤੁਸੀਂ ਪੁੱਛਿਆ, ਹਾਂ, ਅਤੇ ਮੇਰਾ ਜਿਹੜਾ ਬੈਕਗਰਾਊਂਡ ਮੇਰਾ IT ਸੀਗਾ, ਅਤੇ ਮੇਰੀ ਹਰ ਇੱਕ IT ਬੰਦੇ ਦੀ ਪਹਿਲੀ ਗਾਈਡੈਂਸ ਹੁੰਦੀ ਹੈ ਗੂਗਲ। ਅਤੇ ਮੈਂ ਵੀ ਮੰਨਦਾ ਵੀ ਮੈਂ ਬਹੁਤ ਰਿਸਰਚ ਕੀਤੀ ਜੀ, ਮੈਂ ਬਹੁਤ ਇੰਟਰਨੈਟ 'ਤੇ ਰਿਸਰਚ ਕੀਤੀ, ਕਿਸ ਤਰ੍ਹਾਂ ਦੀ ਖੇਤੀ ਹੁੰਦੀ ਹੈ, ਆਰਗੈਨਿਕ ਦੇ ਅੰਦਰ ਕੀ ਹੁੰਦਾ ਹੈ, ਉਹਦਾ ਮਤਲਬ ਕੀ ਹੈ, ਬਹੁਤ ਗਿਆਨ ਚਲੋ ਹੈਗਾ ਗੂਗਲ ਦੇ, ਇੰਟਰਨੈਟ ਬਹੁਤ ਹੈ, ਬਹੁਤ ਗਿਆਨ ਹੈਗਾ, ਉਹ ਵੀ ਕੋਈ ਗੱਲ ਨਹੀਂ। ਫਿਰ ਮੈਂ ਕਿਸੇ ਰੀਜਨ ਦੇ, ਇਹ ਜਿਹੜੀ ਆਰਗੈਨਿਕ ਖੇਤੀ ਹੁੰਦੀ ਹੈ ਬਹੁਤ ਲੋਕਲ ਹੁੰਦੀ ਹੈ, ਇਹ ਬਹੁਤ ਲੋਕਲਾਈਜ਼ ਚੀਜ਼ ਹੈ, ਰੀਜਨਲ ਵਾਈਜ਼ ਚੀਜ਼ ਹੈ। ਇਹ ਨਹੀਂ ਵੀ ਤੁਸੀਂ ਕੋਈ ਮਾਡਲ ਅਮਰੀਕਾ ਦੇ ਅੰਦਰ ਕੋਈ ਮਾਡਲ ਹੈ, ਆਂਧਰਾ ਦਾ, ਬੈਂਗਲੌਰ ਦਾ ਮਾਡਲ ਤੁਸੀਂ ਲਾ ਕੇ ਕਾਪੀ ਪੇਸਟ ਕਰਕੇ ਤੁਸੀਂ ਪੰਜਾਬ ਦੇ ਅੰਦਰ ਕਰ ਦਿਓ, ਉਹ ਨਹੀਂ ਹੋ ਸਕਦਾ। ਇਹਨੂੰ ਅਸੀਂ ਕਹਿੰਦੇ ਅਡੈਪਟਿਵ ਫਾਰਮਿੰਗ, ਵੀ ਤੁਸੀਂ ਲੋਕਲ ਰਿਸੋਰਸਿਸ ਲੈ ਕੇ ਹੀ ਤੁਸੀਂ ਆਪਣੀ ਆਰਗੈਨਿਕ ਫਾਰਮਿੰਗ ਬਣਾਉਣੀ ਹੈ।
ਤੇ ਫਿਰ ਮੈਂ ਦੇਖਿਆ ਕਿ ਵੀ ਪੰਜਾਬ ਦੇ ਅੰਦਰ ਇਹ ਕਿਸ ਤਰ੍ਹਾਂ ਦੇ ਲੋਕੀ ਨੇ, ਕਿਵੇਂ ਅਸੀਂ ਦੂਜੇ ਜਿਹੜੇ ਫਾਰਮਰ ਕਰ ਰਹੇ ਨੇ ਉਹਨਾਂ ਦੇ ਨਾਲ ਕਨੈਕਸ਼ਨ ਬਹੁਤ ਜ਼ਰੂਰੀ ਸੀਗਾ। ਫਿਰ ਮੈਂ ਖੇਤੀ ਵਿਰਾਸਤ ਮਿਸ਼ਨ ਬਾਰੇ ਸੁਣਿਆ। ਜਿੱਥੇ ਵੀ ਤੁਸੀਂ ਪੰਜਾਬ ਆਰਗੈਨਿਕ ਫਾਰਮਿੰਗ ਕਰੋ, ਖੇਤੀ ਵਿਰਾਸਤ ਮਿਸ਼ਨ ਦਾ ਨਾਂ ਜ਼ਰੂਰ ਆਉਂਦਾ ਸੀ। ਤੇ ਫਿਰ ਮੈਂ ਫ਼ੋਨ ਕੀਤਾ, ਉਹ ਮਹਿੰਦਰ ਜੱਟ ਜੀ ਨੇ, ਉਹਨਾਂ ਦੇ ਨਾਲ ਮੇਰਾ ਰਾਬਤਾ ਕਾਇਮ ਹੋਇਆ। ਫਿਰ ਉਹਨਾਂ ਦੇ ਥਰੂ ਦੂਜੇ ਫਾਰਮਰਸ ਨੂੰ ਅਸੀਂ ਮਿਲੇ। ਉਹਨਾਂ ਨੇ ਬਹੁਤ ਸਾਰੇ ਲੋਕੀ, ਸਭ ਤਰ੍ਹਾਂ ਦੇ ਲੋਕੀ ਮਿਲੇ। ਮੈਂ ਝੂਠ ਨਹੀਂ ਬੋਲਾਂਗਾ, ਚੰਗੇ ਲੋਕੀ ਵੀ ਮਿਲੇ, ਮਾੜੇ ਲੋਕੀ ਵੀ ਮਿਲੇ। ਸਭ ਤਰ੍ਹਾਂ ਦੇ ਲੋਕੀ, ਸਭ ਤਰ੍ਹਾਂ ਨੇ ਆਪਣਾ ਆਪਣਾ ਗਿਆਨ ਦਿੱਤਾ। ਬਹੁਤ ਲੋਕਾਂ ਨੇ ਡਿਸਕਰੇਜ ਵੀ ਕੀਤਾ, ਬਈ ਤੁਸੀਂ ਮਤਲਬ ਚਲੋ ਤਾਂ ਪਹਿਲਾਂ ਹੁੰਦਾ ਹੀ ਹੈ, ਡਿਸਕਰੇਜ ਕਰਨ ਵਾਲੇ ਪਹਿਲਾਂ ਹੁੰਦੇ ਨੇ। ਬਟ ਚਲੋ ਮੇਰਾ ਵੀ ਪਾਗਲਪਨ ਸੀਗਾ। ਮੈਂ ਕਿਹਾ ਜਿੰਨਾ ਤੁਸੀਂ ਮੈਨੂੰ ਕਰੋਗੇ, ਮੈਂ ਤਾਂ ਹੁਣ ਆ ਕੇ ਕਰਕੇ ਦਿਖਾਣਾ ਹੀ ਹੈ। ਤੇ ਫਿਰ ਉਹ ਇੱਕ ਸਣਕ ਵੀ ਹੋ ਗਈ ਸੀ। ਫਿਰ ਕਨੈਕਟ ਹੋ ਗਏ, ਫਾਰਮਰਸ ਦੇ ਨਾਲ ਵੀ ਕਨੈਕਸ਼ਨ ਹੋ ਗਿਆ। ਫਿਰ ਅਸੀਂ ਆ ਗਏ ਜੀ। ਫਿਰ ਫਸਲਾਂ ਬਾਰੇ ਤੁਸੀਂ ਪੁੱਛਿਆ ਵੀ ਹੁਣ ਅਸੀਂ ਕਰੀਏ ਕੀ ਆ ਕੇ। ਤੇ ਮੇਰਾ ਪਹਿਲਾ ਮਾਡਲ ਹੀ ਸੀਗਾ ਵੀ ਅਸੀਂ ਤਾਂ ਡਿਸਟਰਬ ਹੀ ਕਰਨਾ ਸਾਰਾ ਕੁਝ। ਤੁਸੀਂ ਝੋਨਾ ਲਾਣਾ, ਅਸੀਂ ਲਾਣਾ ਨਹੀਂ। ਤੁਸੀਂ ਕਣਕ ਇਹ ਵਾਲੀ ਵੈਰਾਈਟੀ ਲੈਣੀ, ਮੈਂ ਲਾਣੀ ਨਹੀਂ। ਉਹ ਨਹੀਂ ਜੀ ਸ਼ਰਮਾ ਜੀ, ਇਹ ਤਾਂ ਲੱਗਣੀ ਨਹੀਂ, ਇਹ ਤਾਂ ਹੋਣਾ ਨਹੀਂ, ਇਹ ਇੰਜ ਨਹੀਂ ਹੋਣਾ, ਇੰਜ ਨਹੀਂ ਹੋਣਾ। ਮੈਂ ਕਿਹਾ ਨਹੀਂ, ਅਸੀਂ ਤਾਂ ਕਰਾਂਗੇ। ਫਿਰ ਮੇਰਾ ਪਹਿਲਾ ਸੀਜ਼ਨ ਜਿਹੜਾ ਸੀਗਾ, ਮੈਂ ਕਿਹਾ ਮੈਂ ਐਕਸਪੈਰੀਮੈਂਟ ਕਰਾਂਗਾ। ਜਿੱਥੇ ਤੁਸੀਂ 2 ਜਾਂ 3 ਫਸਲਾਂ ਮੈਕਸਿਮਮ ਲੱਗਦੀਆਂ ਨੇ, ਮੈਂ 9 ਫਸਲਾਂ ਲਾਈਆਂ ਸੀ। ਮੈਂ ਤਿਲ ਵੀ ਲਾਏ, ਬਰਸਾਤ ਆਈ, ਉਹੀ ਪੁੱਛ ਕੇ ਲੋਕਾਂ ਨੂੰ ਵੀ ਬਰਸਾਤ 'ਚ ਹੁਣ ਕੀ ਲੱਗਦਾ, ਚਲੋ ਤਿਲ, ਚਲੋ ਅਸੀਂ ਟਰਾਈ ਕਰਾਂਗੇ। ਮੈਂ ਸੋਇਆਬੀਨ ਵੀ ਲਾਈ, ਮੈਂ ਤਿਲ ਵੀ ਲਾਇਆ, ਮੈਂ ਕਾਟਨ ਵੀ ਲਾਇਆ, ਮੈਂ ਦਾਲਾਂ ਵੀ ਲਾਈਆਂ, ਥੋੜ੍ਹਾ ਜਿਹਾ ਬਾਸਮਤੀ, ਥੋੜ੍ਹਾ ਜਿਹਾ ਕਣਕ, ਸਾਰਾ ਕੁਝ ਮੈਂ ਐਕਸਪੈਰੀਮੈਂਟ ਕੀਤਾ ਕਿ ਜੋ ਤੁਸੀਂ ਕਹਿ ਰਹੇ ਹੋ ਨਾ ਵੀ ਇਹ ਨਹੀਂ ਹੋਣਾ, ਉਹੀ ਮੈਂ ਟਰਾਈ ਕਰਕੇ ਦੇਖਾਂਗਾ। ਫਿਰ ਫੇਲੀਅਰ ਵੀ ਹੋਏ, ਸਕਸੈਸ ਵੀ ਹੋਈ। ਫਿਰ ਹੌਲੀ ਹੌਲੀ ਇੱਕ ਸਾਡਾ ਕ੍ਰੌਪ ਸਿਸਟਮ ਬਣਿਆ, ਬਈ ਕੀ ਸਕਸੈਸ ਹੈ, ਕੀ ਫੇਲੀਅਰ ਹੈ, ਕੀ ਵਿਕਦਾ ਹੈ। ਤੇ ਹੁਣ ਵਿਕਣ ਬਾਰੇ ਮੈਂ ਆਵਾਂਗਾ। ਤੁਹਾਡਾ ਨੈਕਸਟ ਫਾਈਨਲ ਜਿਹੜਾ ਕੁਐਸਚਨ ਸੀ, ਸਭ ਤੋਂ ਟ੍ਰਿਕੀ ਉਹੀ ਹੈ। ਉਗਾਉਣਾ, ਤੁਸੀਂ ਬਹੁਤ ਚੰਗੀ ਗੱਲ ਕੀਤੀ। ਮੈਂ ਸਭ ਨੂੰ ਇਹੀ ਕਹਿੰਦਾ ਵੀ ਉਗਾਉਣਾ ਬਹੁਤ ਸੌਖਾ ਹੈ। ਸਭ ਤੋਂ ਸੌਖੀ ਕੰਮ ਫਾਰਮਿੰਗ ਦੇ ਅੰਦਰ ਹੈ। ਤੁਸੀਂ ਬੀਜ ਪਾਓ, ਤੁਹਾਡੀ ਸੋਇਲ ਹੈਗੀ ਚੰਗੀ, ਚਲੋ ਨਹੀਂ ਹੈ ਤਾਂ ਕਿਸੇ ਨੇ ਯੂਰੀਆ ਪਾਤਾ, ਉਗ ਜਾਣੀਆਂ ਚੀਜ਼ਾਂ ਨੇ। ਝਾੜ ਤੁਹਾਡਾ ਆ ਜਾਏਗਾ, ਚਾਹੇ 12 ਕੁਇੰਟਲ ਆਏ, ਚਾਹੇ 20 ਕੁਇੰਟਲ ਆਏ, ਉਹਦਾ ਆ ਜਾਏਗਾ, ਉਹਦੀ ਕੋਈ ਪ੍ਰੋਬਲਮ ਨਹੀਂ ਹੈ। ਉਹ ਆ ਕੇ ਤੁਸੀਂ ਕਰਨਾ ਕੀ ਹੈ। ਹੁਣ ਪੰਜਾਬ ਦੇ ਫਾਰਮਰਸ ਦਾ ਇਹ ਚੱਕਰ ਪੈ ਗਿਆ ਵੀ ਤੁਸੀਂ ਉਗਾ ਕੇ ਮੰਡੀ ਜਾ ਕੇ ਸੁੱਟਣਾ ਤੇ ਪੈਸੇ ਲੈ ਕੇ ਤੁਸੀਂ ਅਗਲੀ ਫਸਲ ਬਾਰੇ ਸੋਚਣਾ। ਬਸ ਉਹੀ ਉਹਨਾਂ ਦਾ ਬਣ ਗਿਆ। ਉਹਦੇ ਅੱਗੇ ਉਹਨਾਂ ਦੀ ਸੋਚ, ਉਹਨਾਂ ਨੇ ਨਹੀਂ, ਖੁਦ ਨਹੀਂ, ਇਹ ਹੋਈ ਸਿਸਟਮ ਨੇ ਬੰਦ ਕਰਤੀ ਹੈ ਸੋਚ। ਤੇ ਇੱਕ ਤਾਂ ਮੈਂ ਤਾਂ ਕਰਨਾ ਹੀ ਸੀਗਾ। ਮੇਰਾ ਮਾਡਲ ਹੀ ਡਿਸਟਰਬੈਂਸ ਵਾਲਾ ਸੀਗਾ ਵੀ ਜਿਹੜਾ ਇਹ ਕਨਵੈਨਸ਼ਨਲ ਹੈ ਤਾਂ ਮੈਂ ਕਰਨਾ ਨਹੀਂ, ਮੈਂ ਤਾਂ ਆਰਗੈਨਿਕ ਕਰਨਾ ਹੈ। ਆਰਗੈਨਿਕ ਕਰਕੇ ਫਿਰ ਹੁਣ ਮਾਰਕੀਟ, ਤੇ ਉਹਦੇ ਅੰਦਰ ਥੋੜ੍ਹਾ ਚਲੋ ਐਕਸਪੀਰੀਅੰਸ ਸੀਗਾ, IT ਦਾ ਵੀ ਐਕਸਪੀਰੀਅੰਸ ਸੀਗਾ, ਥੋੜ੍ਹਾ ਔਨਲਾਈਨ ਵੀ ਐਕਸਪੀਰੀਅੰਸ ਸੀਗਾ। ਤੇ ਫਿਰ ਮੈਂ ਦੇਖਿਆ ਵੀ ਇਹਦੀ ਮਾਰਕੀਟ ਬਣਦੀ ਕਿੱਥੇ ਹੈ। ਤੇ ਮੈਂ ਆਪਣਾ ਐਕਸਪੀਰੀਅੰਸ, ਆਪਣਾ ਤਜਰਬਾ ਤੁਹਾਨੂੰ ਦੱਸ ਸਕਦਾ ਜੀ ਵੀ ਜਿਹੜੀ ਇਹਦੀ ਮਾਰਕੀਟ ਹੈ, ਉਹੀ ਲੋਕ ਉਹ ਖਰੀਦਦੇ ਨੇ ਆਰਗੈਨਿਕ ਜਿਹਨਾਂ ਨੂੰ ਇਹਦੇ ਬਾਰੇ ਪਤਾ ਹੈ। ਤੇ ਉਹ ਲੋਕੀ ਇੱਕ ਸਰਟਨ ਸਿਟੀ ਦੇ ਅੰਦਰ ਹੀ ਤੁਹਾਨੂੰ ਮਿਲ ਸਕਦੇ ਨੇ, ਜਿਹੜੇ ਤਾਂ ਬਹੁਤ ਕੌਨਸ਼ੀਅਸ ਨੇ। ਉਹਨਾਂ ਨੂੰ ਪਤਾ ਹੈ ਵੀ ਕਿੰਨਾ ਜ਼ਹਿਰ ਤੁਸੀਂ ਆ ਰਿਹਾ ਸਬਜ਼ੀਆਂ ਦੇ ਅੰਦਰ, ਤੁਹਾਡੀ ਕ੍ਰੌਪਸ ਦੇ ਅੰਦਰ। ਇੱਕ ਤਾਂ ਉਹ ਲੋਕੀ ਨੇ। ਬਾਕੀ ਜਿਨ੍ਹਾਂ ਦੇ ਕੋਲ ਪਰਚੇਜ਼ਿੰਗ ਪਾਵਰ ਹੈ। ਦੇ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦਿਆਂਗਾ। ਜੇ ਮੈਂ ਬਾਸਮਤੀ, ਮੇਰਾ 1 ਕਿੱਲੇ ਦਾ ਹੁੰਦਾ ਹੈ, ਉਹਦੇ ਅੰਦਰ ਹੁਣ ਮੈਂ ਪੈਸਟੀਸਾਈਡ ਤਾਂ ਪਾਣੇ ਨਹੀਂ, ਮੈਂ ਵੀਡੀਸਾਈਡ ਵੀ ਨਹੀਂ ਪਾਣੇ। ਤੇ ਜੇ ਕੱਖ ਆ ਗਿਆ ਤੇ ਵੀਡਿੰਗ ਕਰਾਉਣੀ ਪਏਗੀ, ਗੋਡੀ। ਮੇਰੇ 8-9 ਹਜ਼ਾਰ ਰੁਪਏ ਤਾਂ ਕਿੱਲੇ ਦੇ ਗੋਡੀ ਦੇ ਲੱਗੇ। ਇਹੀ ਰੌਲਾ। ਤੇ ਉਹਦੇ ਬਾਅਦ ਜਿਹੜਾ ਝਾੜ ਆਇਆ, ਉਹ ਫਿਰ ਮੇਰਾ ਹੁਣ ਐਕਸਪੈਂਸਿਵ ਹੋਏਗਾ ਥੋੜ੍ਹਾ ਜਿਹਾ। ਤੇ ਥੋੜ੍ਹੇ ਜਿਹੇ ਲੋਕੀ ਜਿਹਨਾਂ ਦੇ ਕੋਲ ਕੌਨਸ਼ੀਅਸਨੈਸ ਵੀ ਹੈਗੀ ਤੇ ਪਰਚੇਜ਼ਿੰਗ ਪਾਵਰ ਵੀ ਹੈਗੀ। ਤੇ ਉਸ ਕਰਕੇ ਮੇਰੀ ਚੰਡੀਗੜ੍ਹ ਇੱਕ ਤਰ੍ਹਾਂ ਦੇ, ਮੈਂ ਕਹਿੰਦਾ ਬਈ ਮੇਰਾ ਲੱਕ ਸੀਗਾ ਵੀ ਚੰਡੀਗੜ੍ਹ ਮੇਰੀ ਰਿਹਾਇਸ਼ ਹੈ। ਤੇ ਇੱਥੇ ਉਸ ਤਰ੍ਹਾਂ ਦੇ ਲੋਕੀ ਨੇ ਜਿਹੜੇ ਇਸ ਚੀਜ਼ ਨੂੰ ਜਾਣਦੇ ਨੇ ਤੇ ਪਰਚੇਜ਼ਿੰਗ ਪਾਵਰ ਵੀ ਹੈਗੀ, ਉਹ ਖਰਚ ਕਰ ਸਕਦੇ ਨੇ। ਤੇ ਹੌਲੀ ਹੌਲੀ ਫਿਰ ਮੇਰੀ ਇੱਥੇ ਮਾਰਕੀਟ ਬਣੀ ਜੀ। ਤੇ ਉਹੀ ਨੇ ਕੌਨਸ਼ੀਅਸ ਲੋਕ, ਜਿਹੜੇ ਬਈ ਅਸੀਂ ਕਹਿੰਦੇ ਨੇ ਕੌਨਸ਼ੀਅਸ ਕੰਜ਼ਿਊਮਰ, ਜਿਹੜੇ ਬਈ ਤੁਸੀਂ 20 ਰੁਪਏ ਜ਼ਿਆਦਾ ਤੁਹਾਡਾ ਆ ਬਾਸਮਤੀ ਹੈ, ਬਟ ਮੈਂ ਉਹਨਾਂ ਨੂੰ ਇਹੀ ਕਹਿੰਦਾ, ਜੇ ਕਦੇ ਕਦੇ ਪੁੱਛਦੇ ਨੇ ਲੋਕੀ ਸਰਟੀਫਿਕੇਟ ਹੈਗਾ, ਮੈਂ ਕਿਹਾ ਨਹੀਂ, ਤੁਸੀਂ ਆ ਕੇ ਮੇਰਾ ਦੇਖੋ, ਖੇਤ ਦੇਖੋ। ਤੇ ਰਾਹੁਲ ਜੀ, ਫਿਲਹਾਲ ਸਮਾਂ ਸਾਡੇ ਕੋਲ ਕਿੰਨੇ ਜਿਹੇ ਬ੍ਰੇਕ ਦਾ ਹੋ ਗਿਆ, ਗੱਲਬਾਤ ਜਾਰੀ ਰੱਖਾਂਗੇ। ਤੇ ਨਾਲ ਤੁਸੀਂ ਜਿਹੜੀ ਸੰਸਥਾ ਨਾ ਹੇਠ ਤੁਸੀਂ ਪ੍ਰੋਡਕਟ ਬਣਾਉਂਦੇ ਹੋ, ਗ੍ਰੇਨ ਸਟਿਕ, ਉਹਦੇ ਬਾਰੇ ਗੱਲਬਾਤ ਕਰਾਂਗੇ। ਤੇ ਕੀ ਜਿਹੜੀ ਹੈ ਤੁਸੀਂ ਪ੍ਰੋਡਕਟ ਵਿੱਚ ਤੁਸੀਂ ਸੇਲ ਆਊਟ ਕਰ ਰਹੇ ਹੋ, ਉਹਦੇ ਬਾਰੇ ਗੱਲਬਾਤ ਕਰਦੇ ਹਾਂ ਜੀ ਜੀ। ਸੋ ਸਮਾਂ ਹੋ ਗਿਆ ਕਿੰਨੇ ਜਿਹੇ ਬ੍ਰੇਕ ਦਾ। ਬਣਿਆ ਰਹੋ ਵਿਜ਼ਨ ਪੰਜਾਬ ਦੇ ਨਾਲ, ਜਲਦ ਹਾਜ਼ਰ ਹੁੰਦੇ ਹਾਂ। ਤੇ ਰਾਹੁਲ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਜੀ। ਤੇ ਜਿਵੇਂ ਆਪਾਂ ਤੁਹਾਡੇ ਜ਼ਿਕਰ ਕਰ ਰਹੇ ਸੀਗੇ ਕਿ ਆਪਾਂ ਵੇਚਣ ਵਾਲਾ ਸਭ ਤੋਂ ਔਖਾ ਕੰਮ, ਤੇ ਅੱਜ ਦਾ ਸਮਾਂ ਇਹ ਹੈ ਵੀ ਜੇਕਰ ਤੁਸੀਂ ਆਪਣੀ ਚੀਜ਼ ਵੇਚਣੀ ਆ ਨਾ, ਤਾਂ ਉਹਦੇ ਲਈ ਗੁੱਡਵਿਲ ਵੀ ਬਣਾਉਣੀ ਪੈਂਦੀ ਹੈ, ਇੱਕ ਨਾਂ ਬਣਾਉਣਾ ਪੈਂਦਾ ਵੀ ਲੋਕਾਂ ਨੂੰ ਪਛਾਣ ਆਵੇ
ਵੀ ਹਾਂਜੀ ਇਹ ਰਾਹੁਲ ਸ਼ਰਮਾ ਜੀ ਦਾ ਪ੍ਰੋਡਕਟ ਹੈ, ਤਾਂ ਉਹਦੇ ਲਈ ਆਪਾਂ ਨੂੰ ਆਪਣੀ ਜਿਹੜੀ ਪ੍ਰੋਡਕਸ਼ਨ ਆ ਉਹਨੂੰ ਇੱਕ ਨਾਂ ਹੇਠ ਵੇਚਣਾ ਪੈਂਦਾ, ਜਿਵੇਂ ਤੁਸੀਂ ਦੱਸਿਆ ਜ਼ਿਕਰ ਕੀਤਾ ਗ੍ਰੇਨਸਟਿਕ ਤੁਸੀਂ ਨਾਮ ਰੱਖਿਆ ਹੋਇਆ। ਅਤੇ ਇਹ ਫਿਰ ਕਦੋਂ ਕੁ ਮਨ ਬਣਿਆ ਵੀ ਇਹ ਬਣਾ ਕੇ ਹੁਣ ਮੈਂ ਵੇਚਾਂ, ਅਤੇ ਕਿਹੜੇ ਪ੍ਰੋਡਕਟਸ ਇਹਦੇ ਵਿੱਚ ਤੁਸੀਂ ਲੈ ਕੇ ਆਏ? ਦੇਖिए ਪਹਿਲਾਂ ਤਾਂ ਹਾਂ ਜੈਸੇ ਮਾਰਕੀਟਿੰਗ ਦੇ ਬਾਰੇ ਅਸੀਂ ਗੱਲ ਕਰ ਰਹੇ ਸੀ, ਜੀ ਜੀ ਬੜੇ ਤਰੀਕੇ ਅਸੀਂ ਲਾਏ। ਫਿਰ ਬਾਅਦ 'ਚ ਹੌਲੀ ਹੌਲੀ ਪਤਾ ਚੱਲਿਆ ਵੀ ਜਿਹੜਾ ਜਦੋਂ ਕੰਜ਼ਿਊਮਰ ਦਾ ਫਾਰਮਰਸ ਦੇ ਨਾਲ ਡਾਇਰੈਕਟ ਟਰਸਟ ਨਹੀਂ ਬਣਦਾ ਉਹ ਆਰਗੈਨਿਕ ਨਹੀਂ ਖਰੀਦੇਗਾ, ਕਿਉਂਕਿ ਕੰਜ਼ਿਊਮਰ ਅਸੀਂ ਸਰਟੀਫਿਕੇਟ ਬਾਰੇ ਤੁਸੀਂ ਗੱਲ ਕੀਤੀ, ਜੀ ਜੀ ਉਹਦੇ ਅੰਦਰ ਵੀ ਕਰਪਸ਼ਨ ਹੋ ਗਈ ਹੈ ਹੁਣ। ਤੇ ਹੁਣ ਕੁਝ ਲੋਕੀ ਨੇ ਚਲੋ ਵੀ ਸਰਟੀਫਿਕੇਟ ਟਰਸਟ ਕਰ ਲਿਆ, ਵੀ ਬਹੁਤ ਲੋਕੀ ਜਿਹੜੇ ਕੌਨਸ਼ੀਅਸ ਕੰਜ਼ਿਊਮਰਸ ਨੇ ਉਹ ਸਰਟੀਫਿਕੇਟ ਇੰਡੀਆ ਦੇ ਅੰਦਰ ਸਰਟੀਫਿਕੇਟ ਦੇਖ ਕੇ ਵੀ ਕਹਾਂਗੇ ਵੀ ਸਾਨੂੰ ਕੀ ਪਤਾ ਵੀ ਇਹ ਤਾਂ ਕੀ ਇਹਦੇ ਪਿੱਛੇ ਕੀ ਹੈ। ਬ੍ਰਾਂਡ ਤਾਂ ਮੇਰੀ ਬਾਅਦ 'ਚ ਆਈ ਹੈ। ਗ੍ਰੇਨਟੈਸਟਿਕ ਦੇ ਤੁਸੀਂ ਗੱਲ ਕੀਤੀ, ਗ੍ਰੇਨਟੈਸਟਿਕ ਤਾਂ 1 ਸਾਲ ਪੁਰਾਣੀ ਚੀਜ਼ ਹੈ। ਠੀਕ ਹੈ। ਉਹਦੇ ਪਹਿਲਾਂ ਮੈਂ ਆਪਣੀ ਜਿਹੜੀ ਪਰਸਨਲ ਜਿਹੜੀ ਮੇਰੀ ਮਾਰਕੀਟ ਸੀ ਉਹ ਬਣਾਈ ਮੈਂ, ਅਤੇ ਜੇ ਤੁਸੀਂ ਮੇਰੀ ਵੈਬਸਾਈਟ 'ਤੇ ਜਾਓਗੇ ਉੱਥੇ ਵੀ ਇਹ ਪਰਸਨਲ ਕਨੈਕਟ ਹੀ ਹੈ। ਵੈਬਸਾਈਟ ਦਾ ਕੀ ਨਾਮ ਰੱਖਿਆ? grantastic.in। ਹਾਂਜੀ, grantastic.in। ਇਹ ਵੀ ਮੈਂ ਦੱਸਾਂਗਾ ਇਹ ਗ੍ਰੈਂਟਾਸਟਿਕ ਨੇਮ ਕੈਸੇ ਆਇਆ ਜੀ। ਤੇ ਵੈਬਸਾਈਟ ਜਦੋਂ ਮੈਂ ਬਣਾ ਰਿਹਾ ਸੀ ਵੀ ਮੇਰਾ ਉਹੀ ਸੀਗਾ ਵੀ ਲੋਕੀ ਇਹ ਨਾ ਸਮਝਣ ਕਿ ਇਹ ਕੋਈ ਕਾਰਪੋਰੇਟ ਬ੍ਰਾਂਡ ਆ ਗਈ ਹੈ ਹੁਣ, ਵੀ ਇਹ ਹੁਣ ਬਿਜ਼ਨਸ ਬਣ ਗਿਆ। ਇਹ ਮੇਰੇ ਲਈ ਬਿਜ਼ਨਸ ਨਹੀਂ ਹੈ। ਇਹ ਮੈਨੂੰ ਇੰਨੀ ਖੁਸ਼ੀ ਹੁੰਦੀ ਹੈ ਵੀ ਜਦੋਂ ਲੋਕੀ ਮੈਨੂੰ ਫੋਨ ਕਰਦੇ, ਸਵੇਰੇ ਇੱਕ ਫੋਨ ਆਇਆ, ਅਸੀਂ ਤੁਹਾਡੇ ਆਟੇ ਦੀ ਪਿੰਨੀਆਂ ਬਣਾਈਆਂ ਅਤੇ ਮੈਂ ਆਪਣੀ ਮੰਮੀ ਨੂੰ ਦੇਈ, ਮੰਮੀ ਨੇ ਖਾ ਕੇ ਬੋਲਿਆ ਵੀ ਇਹ ਕੋਈ ਅੱਡ ਹੈ, ਇਹਦੇ ਅੰਦਰ ਕੁਝ ਡਿਫਰੈਂਟ ਹੈ, ਤੁਸੀਂ ਆਟਾ ਦੂਸਰਾ ਯੂਜ਼ ਕੀਤਾ। ਬਸ ਉਹੀ ਸੀਗਾ, ਉਹੀ ਮੇਰੀ ਸੈਟਿਸਫੈਕਸ਼ਨ ਹੈ, ਉਹੀ ਮੈਨੂੰ ਖੁਸ਼ੀ ਹੋ ਗਈ। ਅਤੇ ਮੇਰਾ ਇਹ ਹਾਲੇ ਵੀ ਇਹ ਬਿਜ਼ਨਸ ਨਹੀਂ ਹੈ, ਅਤੇ ਲੋਕੀ ਮੈਨੂੰ ਜਾਣਦੇ ਨੇ, ਮੈਂ ਉਗਾਇਆ ਬਈ ਇਹ ਟਰਸਟ ਕਰਦੇ ਨੇ, ਅਤੇ ਇਹ ਟਰਸਟ ਬਹੁਤ ਵੱਡੀ ਚੀਜ਼ ਹੈ। ਹੁਣ ਮੇਰੇ ਉੱਪਰ ਇੱਕ ਰਿਸਪੋਂਸਿਬਿਲਿਟੀ ਹੈਗੀ ਬਈ ਇਹ ਜਦੋਂ ਲੋਕੀ ਨੇ ਇਹ ਖਰੀਦ ਰਹੇ ਨੇ, ਇਹ ਟਰਸਟ ਹੁਣ ਬਣਾ ਕੇ ਰੱਖਣਾ, ਮੇਰੀ ਇਹ ਰਿਸਪੋਂਸਿਬਿਲਿਟੀ ਹੈ। ਅਤੇ ਦੂਜੀ ਜਦੋਂ ਕਦੀ ਕਦੀ ਲੋਕੀ ਪੁੱਛ ਲੈਂਦੇ ਨੇ ਬਈ ਤੁਸੀਂ ਇਹ 140 ਰੁਪਏ 120 ਰੁਪਏ ਮਹਿੰਗਾ ਕਿਉਂ ਹੈ, ਮੈਨੂੰ ਇੱਕ ਗੱਲ ਕਹਿੰਦਾ ਬਈ ਤੁਸੀਂ ਇਹ ਜਿਹੜਾ ਤੁਸੀਂ ਜਾ ਕੇ ਖੇਤੀ ਨਹੀਂ ਕਰ ਰਹੇ, ਤੁਹਾਡੇ ਵਾਸਤੇ ਔਨ ਯੋਰ ਬਿਹਾਫ ਇੱਕ ਪੈਚ ਆਫ ਲੈਂਡ ਹੈ ਜਿਹੜਾ ਮੈਂ ਟੇਕ ਕੇਅਰ ਕਰਦਾ ਐਂਡ ਉਹ ਔਰਗੈਨਿਕ ਹੈ, ਉਹ ਜਨਰੇਸ਼ਨ ਤੱਕ ਉਹਨੇ ਔਰਗੈਨਿਕ ਹੀ ਰਹਿਣਾ। ਤੁਸੀਂ ਇਹ ਵੀ ਸੋਚਿਏ ਜਿਹੜੇ ਤੁਸੀਂ 20 ਰੁਪਏ ਐਕਸਟਰਾ ਦੇ ਰਹੇ ਹੋ, ਇਹ ਤੁਸੀਂ ਉਹ ਸਰਵਿਸ ਵਾਸਤੇ ਦੇ ਰਹੇ ਹੋ ਕਿ ਔਨ ਯੋਰ ਬਿਹਾਫ ਇੱਕ ਪੈਚ ਆਫ ਲੈਂਡ ਮੈਂ ਪੂਰਾ ਟੇਕ ਕੇਅਰ ਕਰ ਰਿਹਾ ਅਤੇ ਉਹ ਮੈਂ ਕਰਦਾ ਰਹਾਂਗਾ। ਇਹ ਮੇਰਾ ਟਰਸਟ ਹੈ, ਇਹ ਮੇਰੀ ਕਮਿਟਮੈਂਟ ਹੈ ਤੁਹਾਡੇ ਵੱਲ। ਅਤੇ ਇਹੀ ਕਰਕੇ ਹੌਲੀ ਹੌਲੀ ਮਾਰਕੀਟ ਬਣੀ। ਫਿਰ ਗ੍ਰੇਨਟਾਸਟਿਕ ਕਿਉਂ, ਮੈਂ ਸੋਚਿਆ ਵੀ ਇੱਕ ਸਪੈਸ਼ਲਾਈਜੇਸ਼ਨ ਬਹੁਤ ਜ਼ਰੂਰੀ ਹੁੰਦੀ ਹੈ। ਫਿਰ ਅਸੀਂ ਮਾਰਕੀਟ ਦੇ ਵੱਲ ਜਦੋਂ ਆਈਏ ਅਤੇ ਫਿਰ ਅਸੀਂ ਗ੍ਰੇਨ, ਮੈਂ ਕਿਹਾ ਵੀ ਗ੍ਰੇਨ 'ਤੇ ਹੀ ਕਰਨਾ ਹੈ। ਸੀਰੀਅਲ ਗ੍ਰੇਨਸ, ਝੋਨਾ ਹੋ ਗਿਆ, ਵੀਟ ਹੋ ਗਿਆ, ਦਾਲਾਂ ਹੋ ਗਈਆਂ, ਆਇਲ ਸੀਡਸ ਹੋ ਗਿਆ, ਬਹੁਤ ਇਹਦੇ ਅੰਦਰ ਵੀ ਮਿਲਟਸ ਹੋ ਗਏ ਸਾਡੇ, ਇੰਨੀ ਰੇਂਜ ਹੈ। ਤਾਂ ਮੈਂ ਕਿਹਾ ਗ੍ਰੇਨ ਦੇ ਅੰਦਰ ਫੋਕਸ ਕਰੀਏ। ਤਾਂ ਮੈਂ ਗ੍ਰੇਨ ਦੇ ਅੰਦਰ, ਅਤੇ ਜੇ ਮੈਂ ਜਿਹੜਾ ਬਾਸਮਤੀ ਉਗਾਵਾਂ ਦੂਜਾ ਹੋਗਾ ਵੀ ਉਹਦੇ ਅੰਦਰ ਹੁਣ ਕੀ ਫ਼ਰਕ। ਅਤੇ ਇੱਕ ਤਾਂ ਤੁਹਾਡਾ ਫੋਕਸ ਹੋ ਗਿਆ ਗ੍ਰੇਨ ਦੇ ਅੰਦਰ ਤੁਹਾਡਾ ਇੱਕ ਹੋਰ ਫੋਕਸ ਹੋਣਾ ਚਾਹੀਦਾ, ਕਿਸ ਤਰ੍ਹਾਂ ਦਾ ਗ੍ਰੇਨ, ਤੁਸੀਂ ਕੀ ਵੈਰਾਈਟੀ ਕੀ ਉਗਾ ਰਹੇ ਹੋ। ਅਸੀਂ ਬੰਸੀ ਵੀਟ ਦੀ ਗੱਲ ਕਰ ਰਹੇ ਸੀ ਨਾ, ਮੈਂ ਤਾਂ 10 15 20 ਤਰ੍ਹਾਂ ਦੀ ਵੈਰਾਈਟੀਆਂ ਨੇ ਹੁਣ। ਕੋਈ PAU ਦੀ ਆਪਣੀ ਵੈਰਾਈਟੀਆਂ ਨੇ, ਹਰਿਆਣਾ ਦੀ ਆਪਣੀ ਵੈਰਾਈਟੀਆਂ ਨੇ, ਮੈਂ ਉਹ ਕਿਉਂ ਨਹੀਂ ਉਗਾ ਸਕਦਾ। ਅਤੇ ਮੈਂ ਇੱਕ ਗ੍ਰੇਨ ਪਕੜਿਆ ਬੰਸੀ, ਏਨਸ਼ੀਐਂਟ ਗ੍ਰੇਨ ਹੈ, ਬਹੁਤ ਪੁਰਾਣਾ, 1000 ਸਾਲਾਂ ਤੋਂ ਇਹ ਚਲਾ ਆ ਰਿਹਾ ਗ੍ਰੇਨ। ਅਤੇ ਇਹਦੀ ਸਿਲੈਕਸ਼ਨ ਕਿਸਾਨਾਂ ਨੇ ਹੀ ਕੀਤੀ ਹੈ, ਜਿਹਦੀ ਅਸੀਂ ਦੇਸੀ ਓਪਨ ਪੋਲੀਨੇਟਿਡ ਵੈਰਾਈਟੀਜ਼ ਵੀ ਇਹਨਾਂ ਨੂੰ ਕਹਿੰਦੇ ਨੇ। ਅਤੇ ਮੈਂ ਹਰ ਇੱਕ ਆਪਣੇ ਪ੍ਰੋਡਕਟ ਦੇ ਅੰਦਰ ਮੈਂ ਇੱਕ ਸਪੈਸ਼ਲਾਈਜ਼ਡ ਦੇਸੀ ਗ੍ਰੇਨ ਮੈਂ ਕਰਿਆ। ਫਿਰ ਕਣਕ ਦੇ ਅੰਦਰ ਬੰਸੀ ਹੈ, ਆਪਣੇ ਬਾਸਮਤੀ ਦੇ ਅੰਦਰ ਆਪਣਾ ਸਪੈਸ਼ਲ ਇੱਕ ਪਾਕਿਸਤਾਨੀ ਬਾਸਮਤੀ, ਉਹ ਵੀ ਰਿਵਾਈਵ ਹੋਇਆ ਹੁਣ, ਉਹ ਮੈਂ ਕੀਤਾ। ਦਾਲਾਂ ਦੇ ਅੰਦਰ ਦੇਸੀ ਦਾਲਾਂ, ਮਾਂ ਦੀ ਦਾਲ ਹੋ ਗਈ, ਤੁਹਾਡੀ ਮੂੰਗ ਦੀ ਦਾਲ ਹੋ ਗਈ ਦੇਸੀ। ਅਤੇ ਜਦੋਂ ਉਹ ਖਾਈਏ ਲੋਕੀ, ਚਲੋ ਔਰਗੈਨਿਕ ਵੀ ਹੈ, ਸਭ ਕੁਛ ਹੈ, ਟੇਸਟ ਵੀ ਡਿਫਰੈਂਟ ਹੈ ਜੀ। ਅਤੇ ਟੇਸਟ ਆਪਣਾ ਉਹ 50-100 ਸਾਲ ਪੁਰਾਣਾ ਟੇਸਟ ਹੈ ਉਹ, ਜਿਹੜੇ ਭੁੱਲ ਗਏ ਹਾਂ, ਜਿਹੜੇ ਅਸੀਂ ਭੁੱਲ ਗਏ ਨੇ। ਉਹ ਆਹ ਪੰਜਾਬੀ ਮਾਂ ਛੋਲਿਆਂ ਦੀ ਦਾਲ, ਆਹ ਖਾਣਾ ਅੱਜ ਕੱਲ੍ਹ ਸਵਾਦ ਦਾ ਹੋ ਗਿਆ, ਸਿਹਤ ਦਾ ਨਹੀਂ ਰਿਹਾ। ਸਿਹਤ ਦਾ ਨਹੀਂ ਰਿਹਾ, ਸਵਾਦ ਦੀ ਵੀ ਮੈਂ ਸਹਿਮਤ ਥੋੜ੍ਹਾ ਜਿਹਾ ਨਹੀਂ ਰਵਾਂਗਾ ਤੁਹਾਡੇ ਨਾਲ। ਤੁਸੀਂ ਹਾਈਬ੍ਰਿਡ ਦਾਲ ਖਾ ਲਓ, ਤੁਸੀਂ ਮੇਰੀ ਮੂੰਗੀ ਦਾਲ ਖਾ ਲਓ ਜੀ, ਤੁਸੀਂ ਟੇਸਟ ਹੀ ਤੁਹਾਡਾ ਡਿਫਰੈਂਟ ਆਏਗਾ। ਬਟ ਹਾਂ, ਤੁਸੀਂ ਗੱਲ ਹੁਣ ਠੀਕ ਕੀਤੀ, ਸਿਹਤ ਦਾ ਹੁਣ ਨਹੀਂ ਰਿਹਾ। ਸਿਹਤ ਦਾ ਜਿਹੜਾ ਇੱਕ ਮਹਿਕਮਾ ਹੈ ਉਹ ਅਸੀਂ ਕਿਸੇ ਹੋਰ ਨੂੰ ਫੜਾਤਾ ਹੈ। ਨਾਲ ਮੈਂ ਇੱਕ ਹੋਰ ਗੱਲ ਜੋੜਨਾ, ਜਿਵੇਂ ਅੱਜ ਕੱਲ੍ਹ ਜਿਹੜੇ ਕਹਿੰਦੇ ਵੀ ਵੈਸਟਰਨ ਕਲਚਰ ਅਡੋਪਟ ਕਰ ਰਹੇ ਹਾਂ, ਵੀ ਸਾਡਾ ਪਹਿਨਣਾ ਦੇਖਣਾ ਵੀ ਹੋਰ ਮੁਲਕ ਵਰਗਾ ਲੱਗੇ, ਸਾਡਾ ਖਾਣਾ ਪੀਣਾ ਵੀ ਹੋਰ ਮੁਲਕ ਵਰਗਾ ਲੱਗੇ, ਅਤੇ ਬਿਮਾਰੀਆਂ ਫਿਰ ਕਹਿੰਦੇ ਤੁਹਾਡੇ ਮੁਲਕ 'ਚ ਲੱਗਦੀਆਂ ਸਾਨੂੰ। ਬਹੁਤ ਅਨਫੋਰਚੂਨੇਟ ਸੈਡ ਇਹ ਹੈ ਅੱਜ ਕੱਲ੍ਹ ਜਿਹੜਾ ਤੁਸੀਂ ਦੇਖਦੇ ਹੋ, ਜਿਹੜੇ ਨੈਕਸਟ ਜਨਰੇਸ਼ਨ ਹੈ, ਟੀਨੇਜਰਸ ਨੇ ਅੱਜ ਕੱਲ੍ਹ ਦੇ। ਹਾਂ, ਇਹ ਇੱਕ ਬੜਾ
ਮੈਨੂੰ ਮਤਲਬ ਦੁੱਖ ਹੁੰਦਾ ਦੇਖ ਕੇ ਕਿ ਵੀ ਤੁਸੀਂ ਪਿੰਡ ਜਾ ਕੇ ਆਪਣੇ, ਤੁਸੀਂ ਕੈਨੇਡਾ ਤੇ ਆਓਗੇ, ਪਿੰਡ ਜਾ ਕੇ ਤੁਸੀਂ ਫੋਟੋ ਬਹੁਤ ਤੁਸੀਂ ਖਿਚਵਾਓਗੇ ਸਰੋਂ ਦੇ ਖੇਤ ਦੇ ਅੰਦਰ, ਲੇਕਿਨ ਤੁਸੀਂ ਰਸਤੇ ਦੇ ਅੰਦਰ ਤੁਸੀਂ ਹੁਣ ਦੇਖੋ GT ਰੋਡ ਤੇ ਤੁਸੀਂ 버ਗਰ ਕਿੰਗ ਤੇ ਰੁਕਣਾ, ਤੁਸੀਂ ਮੈਕਡੋਨਲਡ ਤੇ ਰੁਕਣਾ ਹੈ, ਤੁਸੀਂ 버ਗਰ ਖਾਣੇ ਆ। ਤੇ ਉਹ ਫਿਰ ਮੈਨੂੰ ਲੱਗਦਾ ਦਿਖਾਵਾ ਹੀ ਹੈ, ਉੱਪਰ ਦਾ ਹੀ ਸਾਰਾ ਦਿਖਾਵਾ ਹੈ, ਅੰਦਰ ਦਾ ਤੁਹਾਡੀ ਕੌਨਸ਼ੀਅਸ ਉਹਦੀ ਹੈ ਹੀ ਨਹੀਂ। ਚਲੋ ਖੈਰ, ਅਸੀਂ ਤੁਹਾਡੇ ਨਾਲ ਦੀ ਨਾਲ ਜਿਵੇਂ ਸੁਝਾਅ ਸੀਗੇ ਖੇਤੀ ਵਾਲੇ ਪਾਸੇ ਨੂੰ, ਤੁਹਾਡੇ ਤਜਰਬੇ ਦੀ ਵੀ ਆਪਾਂ ਗੱਲ ਕਰ ਲਈਏ। ਆਰਗੈਨਿਕ ਖੇਤੀ ਤੁਸੀਂ ਕਰਦੇ ਆ ਰਹੇ ਹੋ, ਉਹਦੇ ਵਿੱਚ ਮਾਰਕੀਟ ਵੀ ਤੁਸੀਂ ਕਰਨੀ ਸਿੱਖ ਲਈ ਆ, ਕਿਉਂਕਿ ਇਹੀ ਔਖਾ ਕੰਮ ਹੁੰਦਾ ਵੀ ਆਪਾਂ ਨਾ ਵੇਚਣਾ। ਅਤੇ ਇਹਦੇ ਵਿੱਚ ਜੇ ਆਪਾਂ ਤਜਰਬਿਆਂ ਦੀ ਗੱਲ ਕਰੀਏ ਤਾਂ ਇਹ 4 ਸਾਲਾਂ ਦੇ ਵਿੱਚ ਤੁਸੀਂ ਕਹਿ ਜੀ ਕਿੰਨਾ ਕੁਝ ਸਿੱਖ ਰਹੇ ਹੋ? ਕਿਉਂਕਿ ਸਿੱਖਣ ਦਾ ਚੱਲ ਲਗਾਤਾਰ ਜਾਰੀ ਹੈ, ਸਿੱਖਣ ਦਾ ਤਾਂ ਕਦੇ ਖਤਮ ਹੋਣਾ ਨਹੀਂ ਤੇ ਹੋਏਗਾ ਵੀ ਨਹੀਂ। ਕਿ ਇੱਕ ਦੋ ਵਾਰ ਤੁਸੀਂ ਜ਼ਿਕਰ ਕੀਤਾ ਨਾ ਵੀ ਹਾਂਜੀ ਮੈਨੂੰ ਉੱਥੇ ਅਫਸੋਸ ਵੀ ਹੋਇਆ ਵੀ ਆ ਮੇਰੀ ਫਸਲ ਖਰਾਬ ਹੋ ਗਈ, ਉਹ ਤੋਂ ਸਿੱਖਣਾ। ਤੇ 3-4 ਚੀਜ਼ਾਂ ਜਿਹੜੀਆਂ ਤੁਸੀਂ ਸਾਂਝ ਪਾਉਣੀ ਚਾਹੋਗੇ ਵੀ ਹੋਰਾਂ ਕਿਉਂ ਹੁੰਦਾ ਨਾ ਵੀ ਇਨਸਾਨ ਨੂੰ ਆਪਣੀਆਂ ਹੀ ਗਲਤੀਆਂ ਤੋਂ ਜ਼ਰੂਰੀ ਨਹੀਂ ਹੈਗਾ ਉਹ ਤੋਂ ਹੀ ਸਿੱਖਣਾ, ਆਪਾਂ ਨੂੰ ਦੂਜਿਆਂ ਦੀਆਂ ਗਲਤੀਆਂ ਤੋਂ ਵੀ ਸਿੱਖ ਲੈਣਾ ਚਾਹੀਦਾ, ਕਿਉਂਕਿ ਜ਼ਿੰਦਗੀ ਇੰਨੀ ਛੋਟੀ ਹੈ ਕਿ ਜੇ ਗਲਤੀਆਂ ਕਰ ਕਰਕੇ ਸਿੱਖਾਂਗੇ ਫਿਰ ਤਾਂ ਔਖਾ ਹੋ ਜੂ ਕੰਮ। ਤਾਂ ਇਹ ਹੈ ਵੀ 2-4 ਜੋ ਤੁਹਾਨੂੰ ਤਜਰਬੇ ਰਹੇ ਉਹ ਵੀ ਮੈਂ ਸਾਂਝ ਤੁਹਾਡੇ ਨਾਲ ਪਾਉਣੀ ਚਾਹੂੰਗਾ। ਤਜਰਬੇ ਚਲੋ ਫੇਲੀਅਰ ਦੇ ਵੀ ਤਜਰਬੇ ਰਹੇ, ਸਕਸੈਸ ਦੇ ਵੀ ਤਜਰਬੇ ਰਹੇ। ਖੇਤ ਨੂੰ ਆਪਾਂ ਨੇ ਜਦੋਂ ਜੈਵਿਕ ਬਣਾਉਣਾ ਹੁੰਦਾ ਤਾਂ ਸਮਾਂ ਲੱਗਦਾ, ਪਹਿਲਾਂ ਵੀ ਖੇਤੀ ਕਰਦੇ ਰਹਿਣਗੇ, ਤੇ ਇਹ ਚੀਜ਼ ਨੂੰ ਤੁਸੀਂ ਕਿੱਦਾਂ ਸੈਟਅਪ ਕੀਤਾ? ਤੇ ਜਦੋਂ ਮੈਂ ਪਹਿਲਾਂ ਟੇਕ ਓਵਰ ਕੀਤਾ ਸੀ, ਸਾਡੇ 28-30 ਕਿੱਲੇ ਪਿੰਡ 'ਚ ਹੈਗੇ ਨੇ, ਉਹ ਮੈਂ ਫਿਰ ਮੈਂ 4 ਕਿੱਲੇ ਦਾ ਇੱਕ ਟੱਕ ਦੇਖਾ ਵੀ ਇਹ ਅਸੀਂ ਰਿਵਾਈਵ ਕਰਾਂਗੇ ਜੀ। ਤੇ ਉਹ ਤਾਂ ਪਹਿਲਾਂ ਸੋਇਲ ਤਾਂ ਡੈਡ ਸੀਗੀ, ਤੇ ਸੋਇਲ ਦੇ ਅੰਦਰ ਕੁਝ ਸੋਇਲ ਦਾ ਅਲਾਈਵ ਸੋਇਲ ਕੀ ਹੈ, ਉਹਦੇ ਅੰਦਰ ਜਿਹੜੇ ਸੂਖਸ਼ਮ ਕੀਟਾਣੂ ਨੇ ਉਹਨਾਂ ਨੇ ਸੋਇਲ ਨੂੰ ਅਲਾਈਵ ਬਣਾਉਣਾ ਹੈ, ਤੇ ਉਹਨਾਂ ਨੂੰ ਖਾਣ ਵਾਸਤੇ ਵੀ ਕੁਝ ਚਾਹੀਦਾ ਹੈ। ਕੁਝ ਸੜੇ ਗਲੇ ਪੱਤੇ ਜਿਹੜੇ ਗਿਰਦੇ ਨੇ, ਜੇ ਕ੍ਰੌਪ ਦੇ ਜਿਹੜਾ ਰੈਸੀਡਿਊ ਅਸੀਂ ਕਹਿੰਦੇ ਨੇ ਉਹੀ ਡਿੱਗਦਾ ਅੰਦਰ, ਉਹੀ ਤੁਹਾਡੇ ਜੀਵਾਣੂ ਕੀਟਾਣੂ ਖਾਂਦੇ ਨੇ, ਉਹਦੇ ਅੰਦਰੋਂ ਨਿਊਟ੍ਰੀਐਂਟਸ ਰਿਲੀਜ਼ ਹੁੰਦੇ ਨੇ ਤੇ ਉਹ ਦੂਜਾ ਪਲਾਂਟ ਲੈਂਦਾ। ਇਹ ਬੜਾ ਸਿੰਪਲ ਸੌਖਾ ਜਿਹਾ ਲੱਗਦਾ, ਬੜਾ ਸਿੰਪਲ ਤਰੀਕਾ ਹੈ। ਇਹ ਕਰਨ ਨੂੰ ਵੀ ਸੌਖਾ ਹੈ? ਕਰਨ ਨੂੰ ਸੌਖਾ ਹੈਗਾ ਨਹੀਂ, ਕਿਉਂਕਿ ਤੁਸੀਂ ਹੁਣ ਜਿਹੜੇ ਪੈਸਟੀਸਾਈਡ ਪਾਣੇ ਹੈ, ਯੂਰੀਆ ਪਾਣਾ ਹੈ, ਵੀਡੀਸਾਈਡ ਤੁਸੀਂ ਰਾਉਂਡ ਅਪ ਡਾਲਣੀ ਹੈ, ਹੁਣ ਜੀਵਾਣੂ ਕੀਟਾਣੂ ਤਾਂ ਤੁਸੀਂ ਮਾਰਤੇ ਸਾਰੇ, ਤੇ ਫਿਰ ਸੋਇਲ ਤਾਂ ਡੈਡ ਹੋ ਗਈ। ਉਹ ਉਸ ਨੂੰ ਅਸੀਂ ਕਹਿੰਦੇ ਨੇ ਇਹ ਡਰਟ ਹੈ, ਸੋਇਲ ਨਹੀਂ ਹੈ। ਤੇ ਸਭ ਤੋਂ ਬੜੀ ਗੱਲ, ਉਹ ਵੀ ਸਭ ਤੋਂ ਬੜਾ ਚੈਲੰਜ ਆਰਗੈਨਿਕ ਫਾਰਮਰਸ ਦਾ ਇਹੀ ਹੈ ਵੀ ਤੁਸੀਂ ਸੋਇਲ ਨੂੰ ਰਿਵਾਈਵ ਕਿੱਦਾਂ ਕਰਨਾ ਹੈ। ਜਿਹੜੀ ਪਹਿਲੀ ਤੁਸੀਂ ਫਸਲ, ਪਹਿਲਾ ਸੀਜ਼ਨ ਤੁਸੀਂ ਉਗਾਓਗੇ ਉਹ ਬਹੁਤ ਮੁਸ਼ਕਿਲ ਹੋਏਗਾ, ਤੁਹਾਡੇ ਬੂਟੇ ਆਉਣਗੇ ਨਹੀਂ, ਝਾੜ ਨਹੀਂ ਆਏਗਾ, ਕੁਝ ਉਗਣਗੇ, ਕੱਖ ਬਹੁਤ ਆਏਗਾ, ਵੀਡਿੰਗ ਦੀ ਪ੍ਰੋਬਲਮ ਆਏਗੀ। ਉਹ ਸਾਰੇ ਚੈਲੰਜ ਮੈਨੂੰ ਆਏ, ਬਟ 3 ਸਾਲ ਮੈਨੂੰ ਲੱਗਦਾ ਵੀ ਸੋਇਲ ਰਿਵਾਈਵ ਹੋਣ 'ਚ ਲੱਗਦੇ ਨੇ। ਤੇ ਹੋਰਾਂ ਕਿਸਾਨ, ਜਿਵੇਂ ਤੁਸੀਂ ਜ਼ਿਕਰ ਕਰਿਆ ਤੁਸੀਂ ਖੁਦ ਦਾ ਪ੍ਰੋਡਕਸ਼ਨ ਤੁਸੀਂ ਕਰਕੇ ਉਹਨੂੰ ਸੇਲ ਆਊਟ ਕਰਦੇ ਹੋ, ਤੇ ਹੋਰਾਂ ਕਿਸਾਨਾਂ ਦੀ ਨਾਲ ਕਿਵੇਂ ਮਦਦ ਕਰ ਰਹੇ ਹੋ ਵੀ ਆਪਣੇ? ਕਿਉਂਕਿ ਜੇ ਤੁਸੀਂ ਵੇਚਣਾ ਇਹ ਤਾਂ ਹੈ ਨਹੀਂ ਵੀ ਤੁਸੀਂ ਆਪਣੇ ਖੇਤ 'ਚ ਕੰਜ਼ੰਪਸ਼ਨ ਆ ਜਿਹੜੀ ਪੂਰੀ ਕਰ ਦੂੰਗੇ ਨਾ, ਤਾਂ ਆਪਾਂ ਨੂੰ ਹੋਰਾਂ ਤੋਂ ਵੀ ਖਰੀਦਣੀ ਪੈਂਦੀ ਹੈ, ਤਾਂ ਉਹਦੇ ਲਈ ਤੁਸੀਂ ਕਿਵੇਂ ਪਾਲਿਸੀ ਤੁਹਾਡੀ ਵਰਕ ਕਰ ਰਹੀ ਹੈ? ਤੇ ਜਦੋਂ ਮੇਰਾ ਮਾਰਕੀਟ ਦਾ ਸਿਸਟਮ ਇੱਕ ਵਾਰੀ ਬਣ ਗਿਆ, ਚਲੋ ਹੁਣ 4 ਸਾਲ ਹੋ ਗਏ, ਹੌਲੀ ਹੌਲੀ ਮੇਰਾ ਸਿਸਟਮ ਬਣਿਆ, ਤੇ ਮੈਂ ਸਾਰਾ ਕੁਝ ਉਗਾ ਨਹੀਂ ਸਕਦਾ ਆਪਣੇ ਖੇਤ ਦੇ ਅੰਦਰ ਜੀ। ਤੇ ਆਪਣੇ ਜੋ ਮੈਂ ਉਗਾਵਾਂਗਾ, ਜਿਹੜਾ ਮੇਰਾ ਰੀਜਨ ਦੇ ਅੰਦਰ ਉਗਦਾ ਹੈ ਉਹੀ ਹੈ। ਤੇ ਇੱਕ ਮੇਰੀ ਹੈਲਪ, ਮੈਂ ਆਪਣੇ ਜਿਹੜੇ ਛੋਟੇ ਕਿਸਾਨ ਨੇ ਜੋ ਕੋਈ ਸਪੈਸ਼ਲ ਚੀਜ਼ ਉਗਾ ਸਕਦੇ ਨੇ, ਜਿਵੇਂ ਹੁਣ ਮੈਂ ਸੋਚ ਰਿਹਾ ਸੀ ਵੀ ਇਸ ਸਾਲ ਅਸੀਂ ਮਿਲਟਸ ਉਗਾਈਏ, ਫਿਰ ਮੈਨੂੰ ਖਿਆਲ ਆ ਵੀ ਮਿਲਟ ਤਾਂ ਆਸ-ਪਾਸ ਦੇ ਮੇਰੇ ਹੈਗੇ ਕੁਝ ਕਿਸਾਨ ਭਰਾ, ਉਹ ਮਿਲਟ ਕੋ ਉਗਾਉਂਦੇ ਨੇ ਜੀ। ਕੰਗਣੀ ਹੋ ਗਈ, ਕੋਦਰਾ ਹੋ ਗਿਆ, ਬਾਜਰਾ ਹੋ ਗਿਆ, ਤੇ ਹੁਣ ਸੀਜ਼ਨ ਆ ਰਿਹਾ ਹੈ, ਉਹਨਾਂ ਨੇ ਉਗਾਉਣਾ ਹੈ। ਤੇ ਮੈਂ ਆਪਣਾ ਝੋਨਾ, ਇਹ ਜਿਹੜੇ ਮੈंने 4-5 ਮੈਂ ਗ੍ਰੇਨ ਫੜੇ ਨੇ, ਉਹਦੇ ਉੱਤੇ ਹੀ ਫੋਕਸ ਕਰਾਂ ਜੀ। ਤੇ ਇਹ ਹੁਣ ਮੇਰਾ ਅੱਗੇ ਦਾ ਗੋਲ ਇਹੀ ਹੈ ਵੀ ਜਿਹੜਾ ਕੁਝ ਮੈਂ ਉਗਾਵਾਂਗਾ। ਬਾਕੀ ਜਿਹੜੇ ਗ੍ਰੇਨਸ ਨੇ, ਤੁਸੀਂ ਮੇਰੇ ਲਈ ਮਿਲਟਸ ਉਗਾ ਸਕਦੇ ਹੋ, ਤੁਸੀਂ ਉਗਾਓ ਆਰਗੈਨਿਕ, ਵੇਚਣੇ ਦੀ ਜ਼ਿੰਮੇਵਾਰੀ ਮੇਰੀ ਜੀ। ਤੇ ਉਹਨਾਂ ਦੀ ਵੀ ਹੈਲਪ ਹੋਗੀ, ਉਹਨਾਂ ਦੀ ਕਿਉਂਕਿ ਸਭ ਤੋਂ ਬੜੀ ਪ੍ਰੋਬਲਮ ਮਾਰਕੀਟਿੰਗ ਹੀ ਹੈ ਜੀ। ਤੇ ਮਾਰਕੀਟਿੰਗ ਮੇਰੀ ਹੋਗੀ, ਮੈਨੇਜਮੈਂਟ ਮੇਰੀ ਹੋਗੀ। ਪਲੇਟਫਾਰਮ ਬਣਿਆ ਹੋਇਆ ਹੈ, ਆਨਲਾਈਨ ਪਲੇਟਫਾਰਮ, ਪੇਮੈਂਟ ਦਾ ਸਾਰਾ ਬਣਿਆ ਹੋਇਆ ਹੈ, ਉਹਨਾਂ ਤੋਂ ਖਰੀਦਦਾ ਮੈਂ, ਉਹਨਾਂ ਨੂੰ ਡਾਇਰੈਕਟ ਪਲੇਟਫਾਰਮ ਦੇ ਉੱਤੇ ਵੀ ਉਹਨਾਂ ਦਾ ਨਾਂ ਕਰਕੇ, ਰਿਮੈਂਬਰ ਟ੍ਰੇਸੇਬਿਲਿਟੀ ਰਹੇਗੀ, ਉਹਨਾਂ 'ਚ ਵੀ ਹੌਸਲਾ ਹੋਵੇ ਵੀ ਅਗਲਾ ਕਰ ਸਕਦਾ, ਇਹ ਰਾਹੁਲ ਸ਼ਰਮਾ ਦੇ ਖੇਤ ਤੋਂ ਆਇਆ। ਤੇ ਜਦੋਂ ਮੈਂ ਉਹ ਪ੍ਰੋਡਕਟ ਉੱਥੇ ਲਾਵਾਂਗਾ ਵੈਬਸਾਈਟ ਦੇ ਉੱਤੇ, ਨਾ ਉਹ ਕਿਸਾਨ ਦਾ ਹੋਏਗਾ ਜੀ, ਉਸ ਰੀਜਨ ਦਾ ਹੋਏਗਾ ਵੀ ਇਹ ਉਸ ਕਿਸਾਨ ਦੀ ਇਹ ਪ੍ਰੋਡਕਟਸ ਹੈ। ਤੁਸੀਂ ਟਰਸਟ ਮੇਰਾ, ਰਿਸਪੌਂਸਿਬਿਲਿਟੀ ਮੇਰੀ ਹੈ ਕਿ ਇਹ ਵੀ ਆਰਗੈਨਿਕ ਹੈ। ਜੀ ਰਾਹੁਲ ਜੀ, ਦੁਆਵਾਂ ਤੁਹਾਨੂੰ ਬਹੁਤ ਸਾਰੀਆਂ, ਕਿਉਂਕਿ ਕੰਮ ਹਿੰਮਤ ਵਾਲਾ ਵੀ ਹੈ, ਮਸ਼ੱਕਤ ਵਾਲਾ, ਮਿਹਨਤ ਵਾਲਾ, ਕਾਫੀ ਕੁਝ ਲੱਗਦਾ। ਸਬਰ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਹੈਗੀ ਹੈ। ਤੇ ਕਹਿ ਦਈਏ ਵੀ ਪਰਮਾਤਮਾ, ਕੁਦਰਤ ਤੁਹਾਨੂੰ ਇੱਦਾਂ ਹੀ ਤਰੱਕੀਆਂ ਬਖਸ਼ੇ, ਹੋਰਾਂ ਲਈ ਵੀ ਮਿਸਾਲ ਬਣੋ ਤੇ ਹੋਰਾਂ ਲਈ ਰਾਹ ਦਸੇਰੇ ਵੀ ਬਣੋ, ਵੀ ਤਾਂ ਜੋ ਲੋਕ ਸਿੱਖ ਸਕਣ, ਕਿਉਂਕਿ ਅੱਜ ਕੱਲ੍ਹ ਪੰਜਾਬ 'ਚ ਬਹੁਤ ਜ਼ਿਆਦਾ ਕਮੀ ਹੈ। ਤੁਸੀਂ IT ਤੋਂ ਆਪਣੀ ਐਡੀ ਵੱਡੀ ਨੌਕਰੀ ਛੱਡ ਕੇ ਖੇਤੀ ਵਾਲੇ ਪਾਸੇ ਆਏ ਨੇ, ਤੇ ਇੱਥੋਂ ਹੁਣ ਖੇਤੀ ਛੱਡ ਕੇ ਜ਼ਮੀਨਾਂ ਵੇਚ ਕੇ ਆਪਾਂ ਕਹਿ ਦਈਏ ਦੂਜੇ ਪਾਸੇ ਨੂੰ ਜਾ ਰਹੇ ਹਾਂ।
ਤਾਂ ਉਹਨਾਂ ਲਈ ਵੀ ਮਿਸਾਲ ਹੈ, ਉਹਨਾਂ ਲਈ ਕਿਸਾਨਾਂ ਲਈ ਜੋ ਕੋਸ਼ਿਸ਼ ਕਰਨਾ ਚਾਹੁੰਦੇ ਨੇ ਵੀ ਅਸੀਂ ਕੁਝ ਅਲੱਗ ਕਰੀਏ, ਤੇ ਉਹ ਮਾਰਕੀਟ ਕਰਨ ਜੇ ਸਿੱਖ ਜਾਣ, ਮੈਨੂੰ ਲੱਗਦਾ ਤਾਂ ਖੇਤੀ ਨੂੰ ਕਾਮਯਾਬ ਕਰ ਸਕਦੇ ਨੇ। ਇਹੀ ਨਿਚੋੜ ਆ ਮੈਂ ਕਹਿੰਦਾ ਤਾਂ ਆਪਣੀ ਸਾਰੀ ਗੱਲਬਾਤ ਦਾ। ਬਿਲਕੁਲ ਬਿਲਕੁਲ, ਤੇ ਤੁਸੀਂ ਰਾਹੁਲ ਜੀ ਠੀਕ ਕਹਿ ਰਹੇ ਹੋ। ਤੇ ਮੇਰਾ ਇਹੀ ਇੱਕ ਮੈਸੇਜ ਹੈ, ਜੇ ਤੁਸੀਂ ਮੈਨੂੰ ਅਲਾਓ ਕਰੋ, ਜੀ 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 ਵੀ ਮੇਰੇ ਜਿਹਨੇ ਜਦੋਂ ਇਹ ਲੋਕੀ ਦੇਖਦੇ ਨੇ ਸੁਣਦੇ ਨੇ, ਲੋਕੀ ਫਿਰ ਬਾਅਦ 'ਚ ਕੰਟੈਕਟ ਵੀ ਕਰਦੇ ਨੇ, ਵੀ ਮੈਂ ਇਹੀ ਕਹਾਂ ਵੀ ਜਿਹੜੀ ਤੁਸੀਂ ਜੇ ਹੈਲਪ ਤੁਸੀਂ ਕਰਨੀ ਹੈ, ਤੁਸੀਂ ਕਨਵਰਟ ਕਰਨਾ ਹੈ, ਖੇਤੀ ਤੋਂ ਨਿਕਲ ਕੇ ਤੁਸੀਂ ਆਰਗੈਨਿਕ ਖੇਤੀ ਵੱਲ ਜਾਣਾ ਹੈ, ਮੇਰੇ ਰੀਜਨ ਦੇ ਹੋ, ਮੇਰੇ ਰੀਜਨ ਦੇ ਨਹੀਂ ਵੀ ਹੋ, ਤੁਸੀਂ ਮੈਨੂੰ ਕੰਟੈਕਟ ਕਰੋ, ਤੁਸੀਂ ਮੇਰੇ ਨੈਟਵਰਕ ਦੇ ਅੰਦਰ ਆਓ। ਜਿਹੜੇ ਮੈਂ ਫੇਲੀਅਰ ਮੇਰੇ ਹੋਏ ਨੇ, ਜਿਹੜੇ ਮੇਰੀ ਸਕਸੈਸ ਹੋਈ ਹੈ, ਉਹ ਮੈਂ ਤੁਹਾਨੂੰ ਸਭ ਦੱਸਾਂਗਾ, ਤੁਹਾਡੀ ਸਾਰੀ ਹੈਲਪ ਕਰਾਂਗਾ, ਤੇ ਤੁਸੀਂ ਇੱਕ ਕਦਮ ਅੱਗੇ ਵਧਾਓ। ਮਤਲਬ ਹੁਣ ਅਬਾਊਟ ਰਾਈਟ ਟਾਈਮ, ਇੱਕ ਸਟੈਪ ਤੁਸੀਂ ਫਾਰਵਰਡ ਹੁਣ ਕਰਨ ਦਾ ਟਾਈਮ ਆ ਗਿਆ ਜੀ। ਤੇ ਰਾਹੁਲ ਸ਼ਰਮਾ ਜੀ ਨਾਲ ਗੱਲਬਾਤ ਕਰ ਰਹੇ ਸੀਗੇ ਉਹਨਾਂ ਦੀ ਖੇਤੀਬਾੜੀ ਦੇ ਬਾਰੇ, ਤੇ ਬੇਸਮੈਂਟ 'ਚ ਇਹਨਾਂ ਨੇ ਬੜਾ ਸੋਹਣਾ ਕਹਿੰਦੀ ਮੈਨੇਜ ਕੀਤਾ ਹੈ ਘਰ ਨੂੰ, ਕਿਤਾਬਾਂ ਰੈਕ ਦੇ ਕੇ ਬਹੁਤ ਵਧੀਆ ਲੱਗਦਾ। ਪਰ ਨਾਲ ਦੀ ਨਾਲ ਜੇ ਆਪਾਂ ਗੱਲ ਕਰੀਏ ਕਹਿੰਦੀ ਖੇਤੀਬਾੜੀ ਦੇ ਪ੍ਰੋਡਕਟਸ ਦੀ, ਦਾਲਾਂ ਹੋ ਗਈਆਂ, ਮਿਲਟਸ ਹੋ ਗਏ, ਹੋਰ ਸਮਾਨ ਹੋ ਗਿਆ, ਉਹ ਸਾਰਾ ਇਹਨਾਂ ਦੀ ਸਾਈਡ 'ਤੇ ਢੋਲਾਂ ਦੇ ਵਿੱਚ ਪਾਇਆ ਹੋਇਆ। ਆਮ ਤਾਂ ਹੁੰਦਾ ਕਿ ਪਿੰਡਾਂ ਦੇ ਵਿੱਚ ਬੜੇ ਬੜੇ ਢੋਲ ਹੁੰਦੇ ਨੇ, ਬੜਾ ਔਖਾ ਕਰਕੇ ਕਣਕ ਨੂੰ ਸੁਸਰੀ ਪੈ ਗਈ, ਘਰ 'ਚ ਸੁਸਰੀ ਫੈਲ ਗਈ, ਬੜਾ ਔਖਾ ਹੁੰਦਾ, ਫਿਰ ਦਵਾਈਆਂ ਪਾਓ ਉਹਨੂੰ ਸੰਭਾਲਣਾ। ਤੇ ਰਾਹੁਲ ਜੀ, ਇਹਦੇ ਵਿੱਚ ਤੁਸੀਂ ਛੋਟੀਆਂ ਛੋਟੀਆਂ ਕਦੀ ਢੋਲ ਹੁਣ ਰੱਖੇ ਹੋਏ ਨੇ, ਵੱਡਾ ਢੋਲ ਤਾਂ ਚਲ ਤੁਸੀਂ ਲਾਇਆ ਨਹੀਂ ਹੋਇਆ, ਤੇ ਇਹਦੇ ਵਿੱਚ ਕਿੰਨੇ ਕਿੰਨੇ ਪ੍ਰੋਡਕਟਸ ਤੁਸੀਂ ਰੱਖੇ ਹੋਏ ਨੇ, ਕੀ ਕੀ ਆ? ਦੇਖੋ ਜੀ, ਇਹ ਦਾਲ ਹੈ, ਇਹ ਬਾਸਮਤੀ ਹੈ, ਜੋ ਕੱਲ੍ਹ ਹੀ ਸਾਫ਼ ਕਰਵਾਇਆ ਸੀ ਅਸੀਂ, ਫਰੈਸ਼ ਬਾਸਮਤੀ ਹੈ, ਪਾਕਿਸਤਾਨੀ ਬਾਸਮਤੀ ਜੀ, ਤੁਹਾਡੇ ਲਈ ਪੈਕ ਕਰ ਰਹੇ ਹਾਂ ਇਹ ਮੈਂ। ਆਪਣੀ ਮਾਂ ਦੀ ਦਾਲ ਹੈ, ਅੱਛਾ, ਇਹ ਆਪਣੀ ਹੈ ਮੂੰਗੀ ਹੈ। ਕਿੰਨੇ ਪ੍ਰੋਡਕਟ ਤੁਸੀਂ ਸਾਰੇ? ਅੱਛਾ ਸਰ, ਮੂੰਗੀ ਹੋ ਗਈ, ਮਾਂ ਹੋ ਗਈ, ਤੇ ਕਣਕ ਜਿਹੜਾ ਆਟਾ ਹੈ ਉਹ ਹਮੇਸ਼ਾ ਫਰੈਸ਼। ਆਹ ਤੁਹਾਨੂੰ ਦਿਖਾਈਏ ਮੜਿਆ, ਚੱਕੇ ਉਹਨੂੰ ਵਿੱਚ ਆ ਗਈ। ਕਿੰਨੀ ਸਾਫ਼ ਹੈ ਦੇਖਣ ਨੂੰ ਲੱਗਦਾ ਹੈ ਨਾ ਜੀ, ਕਿੰਨੀ ਉਹ ਰੱਖਣੀ ਹੁੰਦੀ ਹੈ। ਤੇ ਫਿਰ ਇਹ ਕਦੀ ਸੁਸਰੀ ਸੁੰਡੀ ਸੰਡੀ ਢੋਰਾ ਪੈ ਜਾਂਦਾ ਮੂੰਗੀ ਨੂੰ? ਢੋਰਾ ਅਸੀਂ ਮੂੰਗੀ ਦਾ ਬਹੁਤ ਨੁਕਸਾਨ, ਮੇਰਾ 3-4 ਸਾਲ ਹੋਇਆ ਨੁਕਸਾਨ। ਫਿਰ ਅਸੀਂ ਇੱਕ ਤਰੀਕਾ ਲੱਭਿਆ ਵੀ ਇਹ ਫੂਡ ਗ੍ਰੇਡ ਪਲਾਸਟਿਕ ਜਿਹੜਾ ਆਉਂਦਾ ਹੈ ਨਾ, ਇਹ ਡਰਮ ਦੇ ਅੰਦਰ ਡਾਇਰੈਕਟ ਨਾ ਰੱਖਿਓ। ਅੱਛਾ। ਤੇ ਫੂਡ ਗ੍ਰੇਡ ਜਿਹੜਾ ਪਲਾਸਟਿਕ ਹੈ, ਇਹ ਬੰਦ ਕਰਕੇ ਸੀਲ ਹੋ ਜਾਂਦਾ। ਠੀਕ ਹੈ। ਤੇ ਜੇ ਅੰਦਰ ਹਵਾ ਹੀ ਨਹੀਂ ਜਾਏਗੀ, ਆਕਸੀਜਨ ਨਹੀਂ ਜਾਏਗੀ, ਤੇ ਫਿਰ ਕੀੜੇ ਵੀ ਨਹੀਂ ਆਉਣਗੇ। ਇਹੀ ਵਜ੍ਹਾ ਆ ਵੀ ਜਿਹੜੀ ਢੋਰਾ ਵਗੈਰਾ ਪੈਂਦਾ ਇਹਨੂੰ ਵੀ ਉਹਦੇ ਅੰਡੇ ਬਾਹਰੋਂ ਨਹੀਂ ਆਉਂਦੇ, ਇਹ ਬਾਅਦ 'ਚ ਮੈਨੂੰ ਪਤਾ ਚੱਲਿਆ, ਇਹਦੇ ਅੰਡੇ ਅੰਦਰ ਹੀ ਹੁੰਦੇ ਨੇ। ਤੇ ਜਦੋਂ ਉਹਨੂੰ ਨਮੀ ਮਿਲੀ, ਗਰਮੀ ਮਿਲੀ, ਉਹਨਾਂ ਨੇ ਜਰਮੀਨੇਟ ਹੋ ਜਾਣਾ, ਸੁਸਰੀ ਦੇ ਅੰਡੇ ਨੇ। ਤੇ ਉਹ ਫਿਰ ਜੇ ਅਸੀਂ ਸੀਲ ਕਰ ਦਈਏ ਪਲਾਸਟਿਕ ਨੂੰ ਪੂਰਾ, ਤੇ ਉਹਨੂੰ ਆਕਸੀਜਨ ਨਹੀਂ ਮਿਲੇਗੀ, ਤੇ ਫਿਰ ਉਹ ਜਰਮੀਨੇਟ ਨਹੀਂ ਹੁੰਦੇ। ਤੇ ਹੋਰ ਬਾਕੀ ਕਣਕ ਜਿਹੜੀ ਹੋ ਗਈ, ਅਸੀਂ ਸਵਾਹ ਪਾ ਦਿੰਦੇ ਨੇ, ਇੱਕ ਤੈਅ ਤੁਸੀਂ ਸਵਾਹ ਦੀ ਪਾਓ ਥੱਲੇ ਤੁਸੀਂ, ਹਾਂ। ਤੇ ਉਹ ਮੋਇਸਚਰ ਨੂੰ ਤੁਸੀਂ ਕੰਟਰੋਲ ਮੋਇਸਚਰ ਕਰਨਾ। ਜੇ ਮੋਇਸਚਰ ਆ ਗਿਆ, ਸਲਾਬਾ ਆ ਗਿਆ ਅੰਦਰ, ਤੇ ਫਿਰ ਕੀੜੇ ਵੀ ਆ ਜਾਣਗੇ। ਤੇ ਤੁਸੀਂ ਇੱਕ ਤਾਂ ਘਰਾਂ 'ਚ ਪਿੰਡਾਂ 'ਚ ਹੁੰਦਾ ਵੀ ਖੂੰਜੇ 'ਚ ਨੂੰ ਬੜਾ ਸਾਰਾ ਢੋਲ ਰੱਖਿਆ ਹੁੰਦਾ, ਢੋਲ ਦੇ ਕਣਕ ਭਰੀ ਹੁੰਦੀ ਆ, ਤੇ ਦਵਾਈ ਪਾਈ ਹੁੰਦੀ, ਫਿਰ ਵੀ ਸੁਸਰੀ ਘਰ ਦੇ ਇਕੱਲੇ ਇਕੱਲੇ ਵਿਹੜੇ 'ਚ ਤੁਰੀ ਫਿਰਦੀ ਹੁੰਦੀ। ਤੇ ਮੇਰੇ ਇਸ ਵਾਰੀ ਸੁਸਰੀ ਕੋਈ ਨਹੀਂ ਆਈ। ਅਸੀਂ ਇਹੀ ਕੀਤਾ ਸੀ, ਸਵਾਹ ਦੀ ਤਹਿ ਲਾਈ ਸੀ ਅੰਦਰ, ਮੇਰੇ ਜਿਹੜੇ ਕਣਕ ਦੇ ਡਰਮ ਨੇ ਪਿੰਡ। ਫਿਰ ਅਸੀਂ ਚੂਨਾ ਪੋਟਲੀ ਦੇ ਅੰਦਰ, ਇਹੋ ਜਿਹੀ ਪੋਟਲੀ ਦੇ ਅੰਦਰ ਚੂਨਾ ਕਲੀ ਜਿਹੜੀ ਹੁੰਦੀ ਨਾ, ਉਹ ਵੀ ਸਲਾਬੇ ਨੂੰ ਅਬਜ਼ੋਰਬ ਕਰਦੀ ਹੈ। ਉਹ ਥੋੜ੍ਹਾ ਜਿਹਾ ਤੈਅ ਲਾ ਕੇ ਥੋੜ੍ਹੀ ਜਿਹੀ ਕਣਕ ਪਾਈ, ਫਿਰ ਉਹਦੇ ਟੁਕੜੇ ਪਾਏ। ਉਹਦੇ ਬਾਅਦ ਅਸੀਂ ਹੁਣ ਸਾਲ ਹੋ ਗਿਆ, ਬਿਲਕੁਲ ਠੀਕ ਕਣਕ। ਹੋਇਆ ਵੀ ਬੇਸਮੈਂਟ 'ਚ ਫਿਰਦੇ ਨੇ ਕੀੜੇ, ਸਫਾਈ ਕਰਨ ਵਾਲੇ ਆਉਂਦੇ ਹੋਗੇ ਨਾ ਜੀ, ਨੀਚੇ ਤੋਂ ਕੀੜੇ ਪੜੇ ਫਿਰ ਰਹੇ ਹੈ। ਇੱਕ ਵਾਰੀ ਹੋਇਆ ਸੀ, ਇੱਕ ਡਰਮ ਦੇ ਅੰਦਰ ਆ ਗਈ ਸੁਸਰੀ, ਮੈਂ ਉਹ ਪਲਾਸਟਿਕ ਨਹੀਂ ਲਾਇਆ ਸੀ, ਤੇ सफाई वाली आई, कहती भैया नीचे तो कीड़े घूम रहे हैं। मैंने कहा अगर कीड़े नीचे घूम रहे हैं तो ड्रम में क्या होगा। वो असी ड्रम फिर उत्ते जाके क्यारी के अंदर ही खोलिया, वो अंदर जे उड़े मूंगी सीगी तो उड़न लगे वो सारा कुछ, फिर मतलब वो फिर क्यारी के अंदर ही सारा असी करता। नुकसान भी होया बट चलो फिर यही चीज़ां फिर तुसी सीखते भी हो कि भी नैक्सट टाइम तुसी की करना है। तो ये अंदर दलिया, अच्छा जी, मैं बंसी का दलिया भी खिलांदा है। ठीक है, ये दलिया है जी, दलिया भी बहुत लोग पसंद करते हैं। तो यदा भी कराने का तरीका थोड़ा मोटा है दलिया, मतलब सारा जो न्यूट्रिशन है वो दलिए का बना रहे। तो असी न्यूट्रिशन बारे भी गल की सी, ते इस करके मेरी जी दालां ने ये साबुत ने। लोग कहते हैं भी असी कि स्प्लिट दाल जी होंगी है, पॉलिश दाल होंगी है, ये मेरा यह है भी होल ग्रेन्स जोड़े होंगे ने ना वही खाने चाहिए ने। ਇਹਦਾ ਜਿਹੜਾ न्यूट्रिशन है, ਜਿਹੜਾ स्वाद है, ये ਜਿਹੜੀ माँ की दाल का ਜਿਹੜਾ मक्खन वाला ਜਿਹੜਾ स्वाद आता है ना, वो आता है जी स्किन होंगी है। तो जी स्किन बनाउण नूं भी नूं समा लग जाता है, समा लगता है, बिल्कुल लगता है। तो ये देसी मूंग नूं भी 10 मिनट ज़्यादा ही लगते हैं, बट जो स्वाद आता है स्लो कुकिंग का जोड़ा स्वाद है, फास्ट फूड तो हुण छड्डो तुसीं, स्लो कुकिंग का जोड़ा स्वाद है
ਉਹ ਜਿਹੜੀ ਸਕਿਨ ਹੁੰਦੀ ਹੈ ਨਾ ਇਹਦੀ, ਉਹ ਜਦੋਂ ਗਲਦੀ ਹੈ ਉਹਦੇ ਅੰਦਰੋਂ ਸਵਾਦ ਵੀ ਆਉਂਦਾ ਅਤੇ ਨਿਊਟ੍ਰੀਸ਼ਨ ਵੀ ਮਿਲਦਾ। ਹੁਣ ਤੁਸੀਂ ਬਾਜ਼ਾਰ ਦੇ ਅੰਦਰ ਜੇ ਦਾਲ ਤੁਹਾਨੂੰ ਇਹ ਮਿਲੇਗੀ ਚਿੱਟੀ ਸਫੇਦ ਪੋਲਿਸ਼ ਕਰਕੇ, ਉਹ ਫਾਈਬਰ ਨਿਊਟ੍ਰੀਸ਼ਨ ਦਾ ਤੁਸੀਂ ਸਾਰਾ ਵੀ ਦੇਖਣ ਨੂੰ ਕਹਿੰਦੇ ਸੋਹਣੀ ਲੱਗਦੀ ਆ, ਦੇਖਣ ਵਾਲੇ ਦਿਖਾਵਾ ਰਹਿ ਗਿਆ। ਚਮਕਦੀ ਦਾਲ ਹੈ, ਸਾਫ਼ ਸੁਥਰੀ ਹੈ, ਨਿਊਟ੍ਰੀਸ਼ਨ ਜ਼ੀਰੋ ਹੈ। ਸੋ ਇਹ ਸਨ ਸਾਡੇ ਨਾਲ ਰਾਹੁਲ ਸ਼ਰਮਾ ਜੀ, ਜਿਨ੍ਹਾਂ ਨੇ ਆਪਣੇ ਖੇਤੀਬਾੜੀ ਦੇ ਤਜਰਬੇ ਦੀ ਸਾਡੇ ਨਾਲ ਸਾਂਝ ਪਾਈ ਹੈ। ਭਾਵੇਂ 2016 ਤੋਂ ਲੈ ਕੇ ਹੁਣ ਤੱਕ ਦਾ ਵਾਕਫਾ ਕੋਈ ਬਹੁਤਾ ਜ਼ਿਆਦਾ ਨਹੀਂ, ਪਰ ਫਿਰ ਵੀ ਇੱਕ ਸਬਰ ਦੇ ਨਾਲ, ਇੱਕ ਮਿਹਨਤ ਦੇ ਨਾਲ ਜਦੋਂ ਕੰਮ ਆਪਾਂ ਸ਼ਿੱਦਤ ਨਾਲ ਕਰਦੇ ਹਾਂ ਤਾਂ ਉਹ ਹੋਰਾਂ ਦੇ ਲਈ ਰਾਹ ਦਸੇਂਦਾ ਹੁੰਦਾ, ਹੋਰਾਂ ਨੂੰ ਵੀ ਉਮੀਦ ਬਖਸ਼ਦਾ ਹੈ ਕਿ ਉਹ ਖੇਤੀ ਕਰਨ, ਸਬਰ ਦੇ ਨਾਲ ਕਰਨ ਅਤੇ ਸਹੀ ਤਰੀਕੇ ਦੇ ਨਾਲ ਕਰਨ, ਕਿਉਂਕਿ ਅੱਜ ਪੰਜਾਬ ਦੀ ਅਤੇ ਹਿੰਦੁਸਤਾਨ ਦੀ ਕਿਸਾਨੀ ਨੂੰ ਇਸ ਦੀ ਜ਼ਰੂਰਤ ਹੈ। ਇਹ ਨਾ ਹੋਵੇ ਕਿ ਆਪਾਂ ਪੈਸੇ ਦੇ ਪਿੱਛੇ ਇੰਝ ਭੱਜਦੇ ਜਾਈਏ ਕਿ ਕਿਤੇ ਨਾ ਕਿਤੇ ਉਹ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਨਸਲਾਂ ਨੂੰ ਹੀ ਬਰਬਾਦ ਕਰ ਦੇਵੇ। ਇੰਨਾ ਜ਼ਹਿਰ ਆਪਾਂ ਖੇਤਾਂ 'ਚ ਪਾਵਾਂਗੇ ਤਾਂ ਅਕਸਰ ਇਸ ਨੂੰ ਲੈ ਕੇ ਕਿੱਥੇ ਜਾਵਾਂਗੇ। ਸੋ ਕਿਸਾਨਾਂ ਨੂੰ ਚਾਹੀਦਾ ਹੈ ਕਿ ਜੇਕਰ ਖੇਤੀ ਨੂੰ ਕਾਮਯਾਬ ਬਣਾਉਣਾ ਤਾਂ ਇਹ ਖੇਤੀ 'ਤੇ ਆਉਣ ਵਾਲੇ ਖਰਚ ਨੂੰ ਆਪਾਂ ਕਿਵੇਂ ਨਾ ਕਿਵੇਂ ਘਟਾ ਸਕੀਏ। ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਗਾਉਣਾ ਤਾਂ ਹੁਣ ਪੰਜਾਬ ਦੇ ਕਿਸਾਨਾਂ ਲਈ ਸੌਖਾ, ਕਿਉਂਕਿ ਇਹ ਸਾਡੇ DNA 'ਚ ਹੈ, ਸਾਡੇ ਖੂਨ 'ਚ ਹੈ, ਪਰ ਕਿਤੇ ਨਾ ਕਿਤੇ ਹੁਣ ਸਾਨੂੰ ਆਪਣੇ ਖੂਨ ਦੇ ਵਿੱਚ ਇਹ ਵੀ ਸ਼ੁਮਾਰ ਕਰਨਾ ਚਾਹੀਦਾ ਕਿ ਇਸ ਦੀ ਮਾਰਕੀਟ ਕਿਵੇਂ ਕੀਤੀ ਜਾ ਸਕੇ, ਤਾਂ ਹੀ ਅਸੀਂ ਖੇਤੀ ਨੂੰ ਕਾਮਯਾਬ ਕਰ ਸਕਦੇ ਹਾਂ। ਸੋ ਉਮੀਦ ਕਰਦੇ ਹਾਂ ਜਿੰਨੀ ਵੀ ਗੱਲਬਾਤ ਹੋਊਗੀ ਕਿਸਾਨ ਭਰਾਵਾਂ ਲਈ ਕਾਫੀ ਜ਼ਿਆਦਾ ਫਾਇਦੇਮੰਦ ਹੋਵੇਗੀ, ਕਾਫੀ ਜ਼ਿਆਦਾ ਜਾਣਕਾਰੀ ਭਰਪੂਰ ਹੋਵੇਗੀ। ਸੋ ਇਸੇ ਤਰ੍ਹਾਂ ਇੱਕ ਹੋਰ ਪ੍ਰੋਗਰਾਮ ਦੇ ਵਿੱਚ ਇੱਕ ਸਫਲ ਕਿਸਾਨ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਜਦ ਤੱਕ ਮੈਨੂੰ ਕਰਨਵੀਰ ਸਿੰਘ ਨੂੰ ਦਿਓ ਇਜਾਜ਼ਤ। ਤੁਸੀਂ ਬਣੇ ਰਹੋ ਵਿਜ਼ਨ ਪੰਜਾਬ ਦੇ ਨਾਲ, ਹਰ ਕਦਮ ਤੁਹਾਡੇ ਨਾਲ। ਸਤਿ ਸ਼੍ਰੀ ਅਕਾਲ।